ਰਾਜਨੀਤੀ ਗੰਦੀ ਬਣਾ ਦਿੱਤੀ ਗਈ, ਪਰ ਅਸਲ ਦੇ ਵਿੱਚ ਰਾਜਨੀਤੀ ਤੋਂ ਵੱਡੀ ਸੇਵਾ ਨਹੀਂ ਜੇ ਉਹਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ। ਸੋ ਅੱਜ ਲੋਕ ਜੇ ਅੱਜ ਪਰੇਸ਼ਾਨ ਨੇ, ਉੱਥੇ ਸੜਕਾਂ ਤੇ ਦਿੱਲੀ 'ਚ ਬੈਠੇ ਨੇ, ਉਹਦੀ ਦੇਣ ਰਾਜਨੀਤੀ ਦੀ ਹੈ, ਜਿਹੜੀ ਕਿ ਖਰਾਬ ਰਾਜਨੀਤੀ ਹੈ। ਇੱਕ ਆਮ ਆਦਮੀ ਪਾਰਟੀ ਕੋਲ ਜੇ ਦਿੱਲੀ ਦੇ ਬਾਰਡਰ ਦੇ ਉੱਤੇ ਲੋਕ ਜਾ ਕੇ ਬੈਠੇ, ਕਿਸਾਨ ਬੈਠੇ ਹੋਏ ਆ, ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪੋਜ਼ੀਟਿਵ ਪੋਲੀਟੀਕਲ ਮਾਈਲੇਜ ਉੱਥੋਂ ਨਜ਼ਰ ਆਉਂਦੀ ਹੈਗੀ ਆ। ਬਟ ਜੇ ਪੰਜਾਬ ਵੱਲ ਦਾ ਰੁਖ ਜਦੋਂ ਕਰਦੇ ਹਾਂ ਤਾਂ ਸਾਨੂੰ ਸਾਡੇ ਸੋਰਸਿਸ ਦੱਸਦੇ ਆ ਕਿ ਇਨਰ ਪੋਲੀਟਿਕਸ ਦੇ ਵਿੱਚ, ਇਨਰ ਪਾਰਟੀ ਪੋਲੀਟਿਕਸ ਦੇ ਵਿੱਚ ਇੱਕ ਵੱਡਾ ਘਮਾਸਾਨ ਮਚਿਆ ਹੋਇਆ ਆਮ ਆਦਮੀ ਪਾਰਟੀ ਦੇ ਵਿਚਕਾਰ ਕਿ ਸੀਐਮ ਕੌਣ ਬਣੇਗਾ, ਕਿਸ ਤਰ੍ਹਾਂ ਚੀਜ਼ਾਂ ਅੱਗੇ ਵਧਣਗੀਆਂ। ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਫਵਾਹਾਂ ਨੇ, ਨਕਾਰਦੇ ਹੋ, ਜਾਂ ਅਸਲੀਅਤ ਇਹੀ ਹੈ ਕਿ ਹਾਂ ਅੰਦਰ ਵੀ ਘਮਾਸਾਨ ਚੱਲਦਾ ਪਿਆ ਜੋ ਕਿ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਕਿਤੇ ਨਾ ਕਿਤੇ ਹਲੇ ਝਲਕਦਾ ਨਹੀਂ ਪਿਆ? ਇਸ ਟਾਈਮ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦੀ ਫਿਕਰ ਨਹੀਂ ਹੈ ਕਿ ਸੀਐਮ ਚਿਹਰਾ ਕਿਹਨੇ ਹੋਣਾ, ਕਿਹਨੇ ਨਹੀਂ ਹੋਣਾ। ਇਸ ਟਾਈਮ ਹਰ ਇੱਕ ਨੂੰ ਫਿਕਰ ਇਹ ਹੋਣਾ ਚਾਹੀਦਾ ਵੀ ਸਾਡਾ ਇੱਕ ਇਤਿਹਾਸ ਰਚਿਆ ਗਿਆ। 1947 ਵੇਲੇ ਅਸੀਂ ਕਿਤੇ ਨਾ ਕਿਤੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਉਹ 'ਚ ਪੰਜਾਬੀਆਂ ਦਾ ਹਿੱਸਾ ਸੀ। 1984 'ਚ ਵੀ ਜਿਹੜਾ ਇਹ ਉਦੋਂ ਕਤਲੇਆਮ ਕੀਤਾ ਗਿਆ, ਉਹਦੇ 'ਚ ਵੀ ਕਿਤੇ ਨਾ ਕਿਤੇ ਪੰਜਾਬੀ ਪਿੱਛੇ ਸੀ, ਉਹਦਾ ਇਨਸਾਫ ਨਹੀਂ ਮਿਲਿਆ ਸੀ। ਪਰ 2020 ਦੇ ਵਿੱਚ ਇੱਕ ਉਹ ਆਜ਼ਾਦੀ ਮਿਲਦੀ ਦਿਖਦੀ ਆ ਦੁਬਾਰੇ ਪੰਜਾਬੀਆਂ ਨੇ ਜਦੋਂ ਆਪਦੇ ਹੱਕਾਂ ਲਈ ਆਵਾਜ਼ ਬੁਲੰਦ ਉੱਥੇ ਕੀਤੀ ਆ। ਤੇ ਹੁਣ ਇਹ ਲੱਗਦਾ ਵੀ ਦੁਬਾਰੇ ਇੱਕ ਵੱਡਾ, ਜਦੋਂ 1947 'ਚ ਇਤਿਹਾਸ ਲਿਖਿਆ ਸੀ ਤੇ ਹੁਣ 2020 'ਚ ਲਿਖਿਆ ਜਾਣਾ। ਤੇ ਆਮ ਆਦਮੀ ਪਾਰਟੀ, ਮੈਨੂੰ ਇਹ ਲੱਗਦਾ ਵੀ ਉੱਥੇ ਇਸ ਟਾਈਮ ਚਾਹੇ ਉਹ ਪੰਜਾਬ ਦੇ MLAs ਨੇ, ਚਾਹੇ ਦਿੱਲੀ ਦੇ MLA ਨੇ, ਆਮ ਆਦਮੀ ਪਾਰਟੀ ਉੱਥੇ ਇੱਕ ਆਮ ਸੇਵਾਦਾਰ ਬਣ ਕੇ ਲੱਗੀ ਹੋਈ ਆ, ਕਿਤੇ ਅੱਗੇ ਨਹੀਂ ਲੱਗੀ ਹੋਈ। ਤੁਸੀਂ MLA ਨੂੰ ਪਛਾਣ ਹੀ ਨਹੀਂ ਸਕਦੇ, ਵਿੱਚ ਨੇ, ਲੋਕਾਂ ਦੇ ਵਿੱਚ ਬੈਠਦੇ ਆ, ਨਾਲ ਸੌਂਦੇ ਵੀ ਆ। ਸੋ ਜਿਹੜੇ ਆਮ ਆਦਮੀ, ਮੈਂ ਇੱਕ ਬੇਹੱਦ, ਮੈਨੂੰ ਇਸ ਗੱਲ ਦਾ ਫਖਰ ਆ ਕਿ ਮੈਂ ਇੱਕ ਅੱਛੀ, ਨੇਕ ਦਿਲ ਤੇ ਇਮਾਨਦਾਰ ਪਾਰਟੀ ਨੂੰ ਸਪੋਰਟ ਕਰਦੀ ਹਾਂ। ਤੁਹਾਡਾ ਸੋਸ਼ਲ ਮੀਡੀਆ ਦੇਖ ਰਿਹਾ ਸੀਗਾ, ਫੇਸਬੁੱਕ ਤੇ ਪੇਜ ਦੇ ਉੱਤੇ ਤੁਸੀਂ ਜਦੋਂ ਉੱਥੇ ਪਹੁੰਚਦੇ ਹੋ ਤੁਸੀਂ ਫੋਟੋਜ਼ ਵੀ ਅਪਲੋਡ ਕਰਦੇ ਹੋ, ਤੇ ਮੈਂ ਕਮੈਂਟ ਸੈਕਸ਼ਨ 'ਚ ਚਲਾ ਗਿਆ। ਉੱਥੇ ਬਹੁਤ ਸਾਰੇ ਕਮੈਂਟ ਪੜ੍ਹੇ, ਬਹੁਤ ਸਾਰੇ ਪੋਜ਼ੀਟਿਵ ਕਮੈਂਟ ਸੀਗੇ, ਵਿੱਚ ਗਿਣਤੀ ਦੇ 2-4 ਇਹੋ ਜਿਹੇ ਕਮੈਂਟ ਵੀ ਸੀਗੇ ਜਿਹਦੇ ਵਿੱਚ ਨਿਰਾਸ਼ਾ ਝਲਕਦੀ ਸੀ ਲੋਕਾਂ ਦੀ। ਇੱਕ ਸਤੀਸ਼ ਜੀ ਸੀਗੇ, ਉਹਨਾਂ ਨੇ ਸਾਫ਼-ਸਾਫ਼ ਕਮੈਂਟ ਕਰਕੇ ਇਹ ਕਿਹਾ ਕਿ ਤੁਸੀਂ ਉੱਥੇ ਸਿਰਫ ਜਾਂਦੇ ਹੀ ਫੋਟੋਆਂ ਖਿਚਵਾਉਣ ਦੇ ਲਈ ਪਏ ਹੋ। ਦੇਖੋ, ਕਦੀ ਅਸੀਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ। ਜਿਹੜੇ ਉੱਥੇ ਕਾਂਗਰਸੀ ਵੀ ਮੇਰੇ ਪੇਜ ਉੱਤੇ ਨੇ, ਅਕਾਲੀ ਦਲ ਵਾਲੇ ਵੀ ਨੇ, BJP ਵਾਲੇ ਵੀ ਨੇ, ਉਹ ਤੇ ਇਹ ਵੀ ਕਹਿੰਦੇ ਆ, ਬੜਾ ਕੁਛ ਉਹਨਾਂ ਨੇ ਨੈਗੇਟਿਵ ਮੇਰੇ ਤੇ ਕਮੈਂਟ ਕੱਸਣੇ, ਇਹੋ ਜਿਹੇ ਕਮੈਂਟ ਵੀ ਕਰਨੇ ਬਾਈ ਜੀ ਜਿਹਦੇ ਨਾਲ ਮੈਨੂੰ ਇੱਕ ਕੁੜੀ ਦੀ ਰਿਸਪੈਕਟ ਉੱਤੇ ਗੱਲ ਆਵੇ। ਜਦੋਂ ਮੈਂ ਪੋਲੀਟਿਕਸ ਜੁਆਇਨ ਕੀਤੀ, ਮੇਰੀ ਤਸਵੀਰ ਇਹਨਾਂ ਨੇ ਐਡਿਟ ਕੀਤੀ ਜਿਹੜੀ ਬੜੀ ਵਾਇਰਲ ਹੋਈ। ਗਲਤ ਚੀਜ਼ਾਂ ਮੇਰੇ ਨਾਲ ਉੱਥੇ ਮੇਰੀ ਤਸਵੀਰ ਉੱਤੇ ਐਡਿਟ ਕੀਤੀਆਂ ਗਈਆਂ। ਸੋ ਉਹਨਾਂ ਨੂੰ ਪਤਾ ਵੀ ਕੁੜੀ ਨੂੰ ਮੈਂਟਲੀ ਤੌਰ ਤੇ ਹਰਾਸ਼ ਕੀਤਾ ਜਾਵੇ, ਪੁੱਠੇ ਕਮੈਂਟ ਕੀਤੇ ਜਾਣ। ਪਰ ਜਦੋਂ ਕਿਸੇ 'ਚ ਦੇਸ਼ ਭਗਤੀ ਦਾ ਜਨੂਨ ਸਵਾਰ ਹੋਵੇ, ਜਦੋਂ ਕਿਸੇ ਦੇ ਇਰਾਦੇ ਦ੍ਰਿੜ ਹੋਣ, ਜਦੋਂ ਬੰਦਾ ਆਪ ਸੱਚਾ ਹੋਵੇ, ਜਦੋਂ ਬੰਦੇ ਨੇ ਅੱਗੇ ਪਿੱਛੇ ਗਲਤੀ ਨਾ ਕੀਤੀ ਹੋਵੇ, ਤਾਂ ਇਹੋ ਜਿਹੀਆਂ ਵੀਡੀਓਜ਼, ਇਹੋ ਜਿਹੇ ਕਮੈਂਟਸ ਤੇ ਇਹੋ ਜਿਹੀਆਂ ਫੋਟੋਆਂ ਐਡਿਟ ਕਰਨ ਨਾਲ ਕੁਛ ਨਹੀਂ ਹੁੰਦਾ। ਅਸੀਂ ਉਸ ਕੁਦਰਤ ਨਾਲ ਜੁੜੇ ਹੋਏ ਬੱਚੇ ਆ ਤੇ ਹੱਕ ਸੱਚ ਲਈ ਲੱਗੇ ਹੋਏ ਆ। ਤੇ ਇਹ ਨਾ ਸੋਚਿਓ ਕਿ ਮੈਂ ਕੁੜੀਆਂ ਕਮਜ਼ੋਰ ਆ। ਜੇ ਕੁੜੀ ਘਰ ਬੰਨ੍ਹ ਸਕਦੀ ਆ ਨਾ, ਅੱਜ ਜੇ ਬੰਦਾ ਘਰੋਂ ਪੈਸੇ ਕਮਾ ਕੇ ਲੈ ਕੇ ਆਉਂਦਾ, ਘਰ ਨੂੰ ਚਲਾਉਣਾ, ਬੰਨ੍ਹਣਾ ਉਹ ਕੁੜੀ ਜਾਣਦੀ ਆ। ਜੇ ਕੁੜੀ ਘਰ ਨੂੰ ਪਰਿਵਾਰ ਬਣਾ ਸਕਦੀ, ਉਹ ਦੁਨੀਆ ਨੂੰ ਵੀ ਪਰਿਵਾਰ, ਉਹਨੂੰ ਪਤਾ ਸਾਰਿਆਂ ਨੂੰ ਜੋੜ ਕੇ ਕਿਵੇਂ ਰੱਖਣਾ, ਸਮਾਜ ਨੂੰ ਜੋੜ ਕੇ ਕਿਵੇਂ ਰੱਖਣਾ। ਭਾਵਨਾਤਮਕ ਤੌਰ ਤੇ ਔਰਤ ਬਹੁਤ ਮਜ਼ਬੂਤ ਹੁੰਦੀ ਆ, ਕਮਜ਼ੋਰ ਵੀ ਹੁੰਦੀ ਹੈ, ਇਹ ਵੀ ਸੱਚ ਆ। ਕਿਤੇ ਨਾ ਕਿਤੇ ਇਮੋਸ਼ਨਲ ਹੋ ਜਾਂਦੀ ਹੈ, ਪਰ ਜਦੋਂ ਮਜ਼ਬੂਤ ਹੋ ਜਾਵੇ ਨਾ, ਤੇ ਦੁਨੀਆ ਦੀ ਐਸੀ ਕੋਈ ਸ਼ੈ ਨਹੀਂ ਆ ਜਿਹੜੀ ਕੁੜੀ ਨੂੰ ਥੱਲੇ ਡੇਗ ਸਕੇ। ਤੁਸੀਂ ਲੱਖ ਵੀਡੀਓ, ਲੱਖ ਕਮੈਂਟਸ ਕਰੋ, ਸਿਰ ਮੱਥੇ ਆ। ਬਹੁਤ ਸ਼ੁਕਰੀਆ ਤੁਹਾਡਾ। ਰੋਜ਼ਾਨਾ ਸਪੋਕਸਮੈਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਖੈਰ ਮਖਤਮ। ਮੇਰਾ ਨਾਮ ਹੈ ਲੰਕੇਸ਼ ਤ੍ਰਿਖਾ, ਤੁਹਾਡਾ ਸਾਰਿਆਂ ਦਾ ਇਸਤਕਬਾਲ ਕਰਦਾ ਹਾਂ। ਸ਼ਾਇਰ ਸਾਹਿਬ ਹੈਗੇ ਨੇ ਆਦਿਤਿਆ, ਉਹ ਲਿਖਦੇ ਨੇ ਕਿ ਆਪਕੀ ਥਾਲੀ ਮੇਂ ਰੋਟੀ ਹੈ ਕਿਉਂਕਿ ਘਰ ਮੇਂ ਪਿਸਾਨ ਹੈ, घर में पिसान है तभी तो खेत में किसान है, सुना देश में एक संविधान है। पर गल करदे हासा आ जाता है क्योंकि अजकल सवालात बहुत ने कि वाकई देश दे विच संविधान हैगा कि नहीं। क्योंकि संविधान जो बनाया गया सीगा, कॉन्स्टिट्यूशन बनाया गया सीगा, वो इस गल करके बनाया गया सीगा कि जो लोकतंत्र हैगा या डेमोक्रेसी है उसनूं जिंदा रखा जा सके। पर जदों सत्ता तुगलकशाही अंदाज़ दे विच अपने आप नूं लैके लोकां दे सामने आउंदी है, उस तो बाद फिर संविधान की अहमियत घट जाती है। अनमोल गगन मान जी मेरे नाल ने स्टूडियो दे विच, इन्हां दे नाल गलबात करते हैं। गलबात करन दी कोशिश इस करके करनी जरूरी है क्योंकि तुहाडे भी बहुत सारे सवाल हुंदे आ
ਨਾਲ ਦੀ ਨਾਲ ਇਹ ਸਿਆਸਤ ਦੇ ਵਿੱਚ ਵੀ ਹੈਗੇ ਆ ਤੇ ਸਿਆਸਤਦਾਨਾਂ ਦੇ ਕੋਲੋਂ ਖਾਸ ਤੌਰ ਤੇ ਸਵਾਲ ਕਰਨੇ ਬੜੇ ਜ਼ਰੂਰੀ ਹੋ ਜਾਂਦੇ ਆ। ਮੈਂ ਬਹੁਤ ਬਹੁਤ ਸਵਾਗਤ ਹੈ ਰੋਜ਼ਾਨਾ ਸਪੋਕਸਮੈਨ ਤੇ। ਜੀ ਬਾਈ ਜੀ, ਮਿਹਰਬਾਨੀ। ਤੁਸੀਂ ਬਾਰਡਰ ਤੇ ਗਏ, ਉੱਥੋਂ ਦੇ ਹਾਲਾਤ ਦੇਖ ਕੇ ਆਪਣੇ ਅੰਦਰ ਜੋ ਜਜ਼ਬਾਤ ਤੈਰਦੇ ਬੰਦੇ ਦੇ, ਕਈ ਵਾਰੀ ਇੱਦਾਂ ਹੁੰਦਾ ਕਿ ਅਸੀਂ ਸਿਆਸਤ ਦੇ ਵਿੱਚ ਹੁੰਦੇ ਹਾਂ ਤੇ ਅਸੀਂ ਅੰਦਰਲੀਆਂ ਗੱਲਾਂ ਨਹੀਂ ਕੱਢ ਪਾਉਂਦੇ, ਪੂਰਨ ਤੌਰ ਤੇ ਨਹੀਂ ਦੱਸ ਪਾਉਂਦੇ, ਕਿਉਂਕਿ ਸਿਆਸਤ ਦੇ ਵਿੱਚ ਇਹੋ ਜਿਹੇ ਸ਼ਿਕਾਰੀ ਬੈਠੇ ਹੁੰਦੇ ਆ ਜੋ ਉਸ ਚੀਜ਼ ਦਾ ਫਾਇਦਾ ਵੀ ਚੁੱਕਦੇ ਤੇ ਗਲਤ ਮਤਲਬ ਵੀ ਕੱਢਦੇ ਆ। ਤੁਸੀਂ ਉੱਥੇ ਜਾ ਕੇ ਕੀ ਦੇਖਿਆ, ਕੀ ਅਨੁਭਵ ਹੈ ਤੁਹਾਡਾ? ਦੇਖੋ, ਸਭ ਤੋਂ ਵੱਡਾ ਜਦੋਂ ਦੇਸ਼ ਉੱਤੇ ਕੋਈ ਸੰਕਟ ਆਵੇ, ਲੋਕ ਲੀਡਰ ਕਿਉਂ ਬਣਾਉਂਦੇ ਆ? ਲੋਕ ਰਾਜਨੀਤੀ ਦੇ ਵਿੱਚ ਆਪਣੇ ਲੀਡਰ ਕਿਉਂ ਚੁਣਦੇ ਆ? ਤਾਂ ਕਿ ਔਖ ਸੌਖ ਦੇ ਟਾਈਮ ਦੇ ਵਿੱਚ ਜਿਹੜੀ ਸਰਕਾਰ ਉਹਨਾਂ ਦੇ ਨਾਲ ਖੜੇ। ਰਾਜਨੀਤੀ ਗੰਦੀ ਬਣਾ ਦਿੱਤੀ ਗਈ, ਪਰ ਅਸਲ ਦੇ ਵਿੱਚ ਰਾਜਨੀਤੀ ਤੋਂ ਵੱਡੀ ਸੇਵਾ ਨਹੀਂ ਜੇ ਉਹਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ। ਸੋ ਅੱਜ ਲੋਕ ਜੇ ਅੱਜ ਪਰੇਸ਼ਾਨ ਨੇ, ਉੱਥੇ ਸੜਕਾਂ 'ਤੇ ਦਿੱਲੀ 'ਚ ਬੈਠੇ ਨੇ, ਉਹਦੀ ਦੇਣ ਰਾਜਨੀਤੀ ਦੀ ਆ, ਜਿਹੜੀ ਕਿ ਖਰਾਬ ਰਾਜਨੀਤੀ ਆ, ਦੇਸ਼ ਨੂੰ ਲੁੱਟਣ ਦੀ ਰਾਜਨੀਤੀ ਆ, ਜਿਹੜੀ ਕਿ ਲੋਕ ਇਹ ਭੁੱਲ ਗਏ, ਜਿਹੜੇ ਲੀਡਰਾਂ ਨੂੰ ਕਰੋੜਾਂ ਵੋਟਾਂ ਲੱਖਾਂ ਵੋਟਾਂ ਪਾ ਕੇ ਲੋਕਾਂ ਨੇ ਬਣਾਇਆ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਆ। ਪਰ ਸਾਡਾ ਜਿਹੜਾ ਦੇਸ਼ ਆ, ਸਾਡੇ ਦੇਸ਼ ਦੇ ਲੀਡਰ ਨੇ ਜਿਹੜੇ ਆਮ ਲੋਕਾਂ ਨੂੰ, ਸਾਡੇ ਦੇਸ਼ ਮੋਦੀ ਜੀ ਦੀ ਗੱਲ ਕਰ ਲਈਏ, PM ਨੇ, ਅੱਜ ਉਹ ਕਾਰਪੋਰੇਟ ਘਰਾਣਿਆਂ ਦੀ ਚਮਚਾਗਿਰੀ ਕਹਿ ਲਓ ਜਾਂ ਕਹਿ ਲਓ ਕਿ ਉਹਨਾਂ ਦੀ ਇੱਕ ਨੁਮਾਇੰਦੇ ਬਣ ਕੇ ਲੋਕਾਂ ਨੂੰ ਲੁੱਟਣ ਦੀ ਨੀਤੀ ਅਪਣਾ ਰਿਹਾ, ਜਿਹਦੇ ਚੱਕਰ 'ਚ ਅੱਜ ਲੋਕ ਉੱਥੇ ਬੈਠੇ ਨੇ। ਇਹ ਦੇਸ਼ ਪੂੰਜੀਪਤੀਆਂ ਦਾ ਨਹੀਂ ਹੈ, ਇਹ ਦੇਸ਼ ਉਹਨਾਂ ਲੋਕਾਂ ਦੀ ਜਿਹਨੇ ਜਿਹੜੇ ਬੰਬੇ ਯੂਹੂ ਵੀਚ ਉੱਤੇ ਘਰ ਬਣਾ ਕੇ ਰਹਿ ਰਹੇ। ਇਹ ਲੋਕ ਉਹਨਾਂ ਲੋਕਾਂ ਦਾ, ਇਹ ਜਿਹੜਾ ਸਾਡਾ ਭਾਰਤ ਦੇਸ਼ ਆ, ਸਾਡਾ ਪੰਜਾਬ ਆ, ਉਹਨਾਂ ਲੋਕਾਂ ਦਾ ਹੈ ਜਿਹੜੇ ਦਿਨ ਰਾਤ ਸੜਕਾਂ 'ਤੇ ਫਿਰਦੇ ਨੇ, ਜਿਨ੍ਹਾਂ ਦੇ ਜਿਹੜੇ ਖੇਤ ਵਾਹੁੰਦੇ ਨੇ, ਜਿਹੜੇ ਛੋਟੇ ਛੋਟੇ ਵਪਾਰੀ ਦੁਕਾਨਦਾਰੀ ਕਰਦੇ ਨੇ, ਜਿਹੜੇ ਲੋਕ ਪੂਰੇ 135 ਕਰੋੜ ਦੇ ਤਕਰੀਬਨ ਸਾਡੀ ਆਬਾਦੀ ਹੈ, ਤੇ ਜਿਹੜੇ ਲੋਕ ਦਿਖ ਰਹੇ ਨੇ ਕਿ ਸੜਕਾਂ 'ਤੇ ਨੇ, ਵਪਾਰੀ ਨੇ, ਛੋਟੇ ਕਿਸਾਨ ਨੇ, ਮਜ਼ਦੂਰ ਨੇ, ਜਿਹੜੇ ਕੰਮਕਾਜ ਕਰਦੇ ਨੇ। ਪਰ ਸਾਡੇ ਦੇਸ਼ ਦੇ ਨੁਮਾਇੰਦਿਆਂ ਨੇ, ਤੁਸੀਂ ਗੱਲ ਕੀਤੀ ਰਾਜਨੀਤੀ ਦੀ, ਪਰ ਸਾਡੀ ਰਾਜਨੀਤੀ ਅੱਜ 73 ਸਾਲ ਹੋ ਗਏ ਆ, ਜਾਂ ਉਹ ਤੋਂ ਪਹਿਲਾਂ ਵੀ ਜਿਹੜੇ ਕਿਤੇ ਨਾ ਕਿਤੇ ਸਾਨੂੰ ਗੁਲਾਮ ਬਣਾ ਕੇ ਰੱਖਿਆ ਗਿਆ, ਅੱਜ ਵੀ ਸਾਡੀ ਜਿਹੜੀ ਪੂੰਜੀਪਤੀਆਂ ਦੇ ਹੱਥੋਂ ਵਿਕੀ ਹੋਈ ਰਾਜਨੀਤੀ ਹੈ, ਜਿਹੜੀ ਆਮ ਲੋਕਾਂ ਦਾ ਨਹੀਂ ਸੋਚ ਰਹੀ। ਮੋਦੀ ਸਾਹਿਬ ਤਾਂ ਕਹਿੰਦੇ ਕਿ 25 ਦਸੰਬਰ ਨੂੰ ਆਉਣ ਵਾਲੀ ਤਰੀਕ ਨੂੰ ਉਹ ਇਹੋ ਜਿਹਾ ਐਲਾਨ ਕਰਨ ਜਾ ਰਹੇ ਜਿਹਦੇ ਵਿੱਚ 9 ਕਰੋੜ ਜਿਹੜੇ ਕਿਸਾਨ ਹੈਗੇ ਆ ਉਹਨਾਂ ਦੇ ਅਕਾਊਂਟਸ ਦੇ ਵਿੱਚ 18,000 ਕਰੋੜ ਰੁਪਇਆ ਵੀ ਉਹ ਪਾਉਣਗੇ। ਦੇਖੋ, 18,000 ਕਰੋੜ ਰੁਪਈਆ ਮੋਦੀ ਸਾਹਿਬ ਕਹਿ ਰਹੇ ਆ ਪਾਉਣ ਨੂੰ। ਮੋਦੀ ਜੀ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਹੈ, ਤੁਸੀਂ ਜੀ ਕਹਾਉਣ ਦੇ ਬਿਲਕੁਲ ਕਾਬਲ ਨਹੀਂ ਹੈਗੇ, ਕਿਉਂਕਿ ਤੁਸੀਂ ਇੱਕ ਫੇਲ ਹੋ ਚੁੱਕੇ ਪ੍ਰਾਈਮ ਮਿਨਿਸਟਰ ਹੋ। ਮੈਂ ਤੁਹਾਨੂੰ ਇੱਕ ਗੱਲ ਪੁੱਛਦੀ ਹਾਂ ਵੀ ਤੁਸੀਂ 1 ਸਾਲ ਦਾ ਇੱਕ ਕਿਸਾਨ ਨੂੰ 6,000 ਰੁਪਈਆ ਦੇਣ ਨੂੰ ਕਹਿ ਰਹੇ ਹੋ। 6,000 ਰੁਪਈਆ ਤਾਂ ਸਾਡੀ ਇੱਕ ਮੱਝ ਤੂੜੀ ਦਾ ਖਾ ਜਾਂਦੀ ਆ ਮਹੀਨੇ ਦਾ। ਸਾਡੇ ਪਿੰਡਾਂ 'ਚ ਜਦੋਂ ਪਸ਼ੂ ਰੱਖਦੇ ਆ, ਇੱਕ ਬੱਕਰੀ, ਇੱਕ ਮੱਝ ਜਾਂ ਗਾਂ 6,000 ਦੀ ਤੇ ਤੂੜੀ ਖਾ ਜਾਂਦੀ ਆ। ਇਹ ਕੋਈ ਸ਼ਗਨ ਪਾ ਰਹੇ ਨੇ? ਜੇ ਤਾਂ ਸਾਨੂੰ ਕੋਈ ਵਿਆਹ ਉੱਤੇ 500 ਦਾ ਨੋਟ ਸ਼ਗਨ ਦਾ ਦੇ ਦਿੰਦਾ, ਉਹ ਤਾਂ ਚੰਗਾ ਲੱਗਦਾ। ਉਹ ਤਾਂ ਜ਼ਿੰਮੇਵਾਰ ਤੁਹਾਨੂੰ ਡਰਾਉਂਦੇ, ਕਹਿੰਦੇ ਕਿ ਜਿਹੜੇ ਕਿਸਾਨ ਉੱਥੇ ਬੈਠੇ ਹੋਏ ਆ ਪੋਲੀਟੀਕਲੀ ਮੋਟੀਵੇਟਿਡ ਆ, ਸ਼ਹਿਰ ਦੇ ਉੱਤੇ ਬੈਠੇ ਹੋਏ ਆ। ਦੇਖੋ, ਇਹ ਗੱਲਾਂ ਬੜੀਆਂ ਬੇਬੁਨਿਆਦ ਤੇ ਬੇਤੁਕੀਆਂ ਨੇ। ਸਾਡੀ ਸ਼ਹਿ ਉੱਤੇ, ਕਿਸੇ ਦੀ ਸ਼ਹਿ ਉੱਤੇ ਕੋਈ ਨਹੀਂ ਬਹਿੰਦਾ ਹੁੰਦਾ। ਅੱਜ ਤੱਕ ਇਹਨਾਂ ਨੂੰ ਸੀ ਵੀ ਅਸੀਂ ਇਹੋ ਜਿਹੀਆਂ ਸ਼ਹਿਆਂ ਬਣਾਈਆਂ ਵੀ 73 ਸਾਲ ਲੁੱਟੀ ਗਏ। ਅੱਜ ਉੱਥੇ ਬੱਚੇ ਬੈਠੇ ਆ ਨਿੱਕੇ ਨਿੱਕੇ, ਜਿਹੜੇ ਕਿਸੇ ਦੀ ਸ਼ਹਿ 'ਤੇ ਨਹੀਂ। ਅੱਜ ਉੱਥੇ ਬੀਬੀਆਂ ਬੈਠੀਆਂ ਜਿਹੜੀਆਂ ਕਿਸੇ ਦੀ ਸ਼ਹਿ 'ਤੇ ਨਹੀਂ। ਅੱਜ ਉੱਥੇ 90 ਸਾਲ ਦਾ ਬਜ਼ੁਰਗ ਬੈਠਾ, ਅੱਖਾਂ 'ਚ ਹੰਝੂ ਲਈ ਬੈਠਾ, ਦਰਦ ਲਈ ਬੈਠਾ, ਉਹ ਕਿਸੇ ਦੀ ਸ਼ਹਿ ਤੇ ਨਹੀਂ ਆ। ਹਰਿਆਣੇ ਦੇ ਨੇ, ਯੂਪੀ ਦੇ ਨੇ, ਬਿਹਾਰ ਦੇ ਨੇ, ਸਾਰਾ ਦੇਸ਼ ਇਸ ਲੋਟੂ ਸਰਕਾਰਾਂ ਦੇ ਖਿਲਾਫ ਹੋ ਗਿਆ। ਉਹ ਕਿਸੇ ਦੀ ਸ਼ਹਿ 'ਤੇ ਨਹੀਂ ਹੈਗੇ, ਕਿਉਂਕਿ ਇਹਨਾਂ ਨੂੰ ਕੀ ਆਦਤ ਬਣੀ ਹੋਈ ਸੀ, BJP ਸੀ ਚਾਹੇ ਕਾਂਗਰਸ ਸੀ, ਪਹਿਲਾਂ ਇਹਨਾਂ ਨੂੰ ਇੱਕ ਆਦਤ ਬਣ ਗਈ ਸੀ ਵੀ ਇਹ ਜਿਹੜਾ ਦੇਸ਼ ਆ, ਇਹ ਲੋਕ ਕਿਤੇ ਜਾਗਰੂਕ ਨਹੀਂ, ਭੋਲੇ ਨੇ, ਅਨਪੜ੍ਹ ਨੇ, ਇਹਨਾਂ ਨੂੰ ਜਿਵੇਂ ਜੀ ਕਰਦਾ ਲੁੱਟੋ, ਜਿਵੇਂ ਜੀ ਕਰਦਾ ਖੋਖਲਾ ਕਰੋ, ਪੂੰਜੀਪਤੀਆਂ ਦੀ ਸੇਵਾ ਕਰੋ। ਕਿਉਂਕਿ ਪੂੰਜੀਪਤੀ ਤੇ ਸਾਰੇ 5% ਵੀ ਹੈ ਨਹੀਂ। ਇਹ ਦੇਸ਼ ਆਮ ਲੋਕਾਂ ਦਾ, ਇਹ ਕਿਸਾਨਾਂ ਦਾ, ਮਜ਼ਦੂਰਾਂ ਦਾ, ਛੋਟੇ ਛੋਟੇ ਵਪਾਰੀਆਂ ਦਾ ਦੇਸ਼ ਆ, ਜਿਹੜੇ ਕਰੋੜਾਂ ਦੀ, ਸੈਂਕੜੇ ਕਰੋੜ ਜਿਹੜੀ ਸਾਡੀ ਆਬਾਦੀ ਆ, ਉਹਨਾਂ ਲੋਕਾਂ ਦੀ ਆ, ਨਾ ਕਿ ਅਡਾਨੀਆਂ ਅੰਬਾਨੀਆਂ ਦੀ। ਪਰ ਇਹਨਾਂ ਨੇ ਜਿਹੜੀ ਇਹ ਨੀਤੀ ਅਪਣਾਈ, ਪਰ ਹੁਣ ਇੱਕਦਮ ਜਦੋਂ ਲੋਕ ਜਾਗਰੂਕ ਹੋਏ, ਕਿਉਂਕਿ ਜਦੋਂ ਕਿਸੇ ਚੀਜ਼ ਦਾ ਘੜਾ ਫੁੱਟਦਾ ਪਾਪਾਂ ਦਾ, ਤਾਂ ਲੋਕ ਇਹ ਹੁਣ ਅੱਜ ਵੀ ਜਿਵੇਂ ਗੱਲਾਂ ਕਰਦੇ ਨੇ ਨਾ, ਉੱਥੇ ਕਿਸੇ ਨੂੰ ਟੈਰਰਿਸਟ ਕਹਿੰਦੇ ਆ, ਕਿਸੇ ਨੂੰ ਕੁਛ ਕਹਿੰਦੇ ਨੇ।
ਇਹਨਾਂ ਨੂੰ ਲੱਗਦਾ ਵੀ ਜਿਹੜੇ 73 ਸਾਲ ਅਸੀਂ ਕੰਮ ਕੀਤੇ, ਇੱਕ ਇਹਨਾਂ ਨੇ ਬੁੱਕ ਬਣਾ ਲਈ ਸੀ, ਉਹ 'ਤੇ ਲਿਖ ਲਿਆ ਸੀ ਵੀ ਜਦੋਂ ਲੋਕਾਂ ਨੂੰ ਖੋਖਲਾ ਕਰਨਾ ਤਾਂ ਧਰਮ ਦੀ ਗੱਲ ਕਰੋ, ਨਕਸਲਾਈਟ ਦੀ ਗੱਲ ਕਰੋ, ਜਾਂ ਆਤੰਕਵਾਦੀ ਦੀ ਗੱਲ ਕਰੋ, ਜਾਂ ਗਵਾਂਢੀ ਦੇਸ਼ਾਂ ਦੀ, ਕਦੇ ਪਾਕਿਸਤਾਨ। ਸੋ ਇਹੀ ਗੱਲ ਹੈ ਕਿ ਜਿੱਥੇ ਅੱਜ ਹਰਿਆਣਾ ਤੇ ਪੰਜਾਬ ਆਪਸ 'ਚ ਭਾਈਚਾਰਕ ਵਧਾ ਲਿਆ, ਸੋ ਇਹ ਸੋਚ ਰਹੇ ਸੀ ਹੁਣ SYL ਦੇ ਮੁੱਦੇ ਉੱਤੇ ਹਰਿਆਣੇ ਤੇ ਪੰਜਾਬ 'ਚ ਫਰਕ ਪਾਈਏ, ਜਾਂ ਇੱਕ ਦੂਜੇ ਦੇ ਸਟੇਟ ਵਾਈਜ਼ ਫਰਕ ਪਾਈਏ, ਪਰ ਹਰਿਆਣੇ ਤੇ ਪੰਜਾਬ ਨੇ ਕਲੀਅਰ ਕਰਤਾ ਵੀ ਜੇ ਸਾਨੂੰ ਦੁਬਾਰਾ ਇੱਕ ਕਰ ਦਿਓ, ਸਾਨੂੰ ਉਹਦੇ ਵਿੱਚ ਵੀ ਦਿੱਕਤ ਨਹੀਂ, ਅਸੀਂ ਦੇਖ ਲਾਂਗੇ ਅਸੀਂ ਪਾਣੀ ਆਪਸ 'ਚ ਕਿਵੇਂ ਰੱਖਣੇ ਨੇ, ਅਸੀਂ ਦੇਖ ਲਾਂਗੇ ਕਿ ਧਰਮਾਂ ਨੂੰ ਕਿਵੇਂ ਨਜਿੱਠਣਾ, ਇਹ ਸਾਡੇ ਆਪਦੇ ਪਰਸਨਲ ਮੁੱਦੇ ਆ। ਸੋ ਲੋਕ ਇੰਨੇ ਕੁ ਅਵੇਅਰ ਹੋ ਗਏ ਕਿ ਉਹ ਇਹ ਗੱਲ ਕਹਿ ਰਹੇ ਨੇ ਕਿ ਅਸੀਂ ਕਿਸੇ ਗੱਲ ਉੱਤੇ, ਤੁਸੀਂ ਜੋ ਧਰਮਾਂ ਦੀ ਗੱਲ ਕਰ ਲਓ, ਜੋ ਤੁਸੀਂ ਪਾਣੀਆਂ ਦੀ ਗੱਲ ਕਰ ਲਓ, ਅਸੀਂ ਕਿਸੇ ਚੀਜ਼ ਉੱਤੇ ਲੜਨਾ ਨਹੀਂ, ਅੱਜ ਅਸੀਂ ਇੱਕ ਹਾਂ। ਸਭ ਤੋਂ ਵੱਡੀ ਗੱਲ ਕੀ ਆ ਇਸ ਸੰਘਰਸ਼ ਦੀ, ਇਹ ਬੜਾ ਪੀਸਫੁਲ ਸੰਘਰਸ਼ ਆ ਅਤੇ ਲੋਕ ਇੱਕ ਸ਼ਾਂਤਮਈ ਢੰਗ ਨਾਲ ਰੋਸ ਪ੍ਰਗਟ ਕਰ ਰਹੇ ਨੇ। ਇਹ ਤੋਂ ਹੋਰ ਵੱਡੀ ਇੱਕ ਗੱਲ ਕੀ ਆ, ਤੁਸੀਂ ਦੇਖੋ ਕਿ ਕਿੰਨਾ ਦੁੱਖ ਲਈ ਬੈਠੇ ਨੇ, ਆਪਣੇ ਪਰਿਵਾਰਾਂ ਤੋਂ, ਆਪਣੇ ਪੋਤੇ ਪੜੋਤਿਆਂ ਤੋਂ ਦੂਰ ਬੈਠੇ, ਆਪਣੀਆਂ ਮੱਝਾਂ ਗਾਵਾਂ ਤੋਂ ਦੂਰ ਬੈਠੇ ਨੇ, ਪਰ ਫਿਰ ਵੀ ਉਹਨਾਂ ਦੇ ਚਿਹਰੇ 'ਤੇ ਹਾਸਾ। ਸੋ ਜਦੋਂ ਉਹਨਾਂ ਦੇ ਚਿਹਰੇ ਚੜ੍ਹਦੀ ਕਲਾ ਦਾ ਪ੍ਰਤੀਕ ਆ, ਇਕਜੁੱਟ ਨੇ ਸਾਰੇ ਰਾਜਾਂ ਦੇ ਕਿਸਾਨ ਆ ਕੇ, ਬਲਕਿ ਮੈਨੂੰ ਲੱਗਦਾ ਵੀ ਇੱਕ ਸਮਾਂ ਆਉਂਦਾ ਜਦੋਂ ਕੁਦਰਤ ਦੱਸਦੀ ਆ ਵੀ ਤੁਸੀਂ ਸਾਰੇ ਇਨਸਾਨ ਭਰਾ ਇੱਕ ਦੂਜੇ ਨਾਲ ਮਿਲ ਕੇ ਰਹਿਣਾ, ਧਰਮਾਂ ਤੋਂ ਉੱਪਰ ਉੱਠ ਕੇ ਰਹਿਣਾ। ਸਭ ਤੋਂ ਵੱਡਾ ਧਰਮ ਸਾਡਾ ਇਨਸਾਨੀਅਤ ਦਾ, ਏਕ ਨੂਰ ਤੇ ਸਭ ਜਗ ਉਪਜਿਆ। ਸੋ ਇਹ ਚੀਜ਼ ਲੋਕਾਂ ਨੂੰ ਸਮਝ ਆ ਗਈ, ਸਾਡੇ ਸੈਂਕੜੇ ਕਰੋੜ ਦੀ ਆਬਾਦੀ ਨੂੰ ਸਮਝ ਆ ਗਈ, ਪਰ ਪੋਲੀਟੀਸ਼ੀਅਨ ਉਸੇ ਖੱਡੇ ਵਿੱਚ ਫਸੇ ਹੋਏ ਨੇ ਵੀ ਅਸੀਂ ਫਿਰ ਇਹਨਾਂ ਨੂੰ ਧਰਮਾਂ ਦੇ ਨਾਂ 'ਤੇ ਜਾਂ ਕਿਸੇ ਛੋਟੇ ਮੁੱਦਿਆਂ ਦੇ ਨਾਂ 'ਤੇ, ਮਸਜਿਦ ਮੰਦਰ ਗੁਰਦੁਆਰੇ ਦੇ ਨਾਂ ਉੱਤੇ ਵੰਡ ਲਵਾਂਗੇ। ਪਰ ਲੋਕ ਨੇ ਉਹ ਨਕਾਰ ਦਿੱਤਾ। ਲੋਕ ਕਹਿੰਦੇ ਅਸੀਂ ਹੱਕ ਸੱਚ ਦੀ ਲੜਾਈ ਲਈ ਜਾਗਰੂਕ ਹੋ ਗਏ ਹਾਂ, ਸਾਨੂੰ ਦੱਸੋ ਸਾਨੂੰ ਸਾਡੇ ਹੱਕ ਅਤੇ ਸੱਚ ਤੁਸੀਂ ਦੇਣੇ ਆ ਕਿ ਨਹੀਂ ਦੇਣੇ। ਸੋ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ 73 ਸਾਲਾਂ ਦੀ ਉਹ ਨੀਤੀਆਂ ਦੀ ਕਾਪੀ ਸੀ ਵੰਡਣ ਦੀ ਲੋਕਾਂ ਦੀ, ਉਹ 'ਤੇ ਲੋਕਾਂ ਨੇ ਕਾਟਾ ਮਾਰ ਦਿੱਤਾ ਅਤੇ ਧਰ ਕੇ ਮੂੰਹ 'ਤੇ ਚਪੇੜ ਮਾਰੀ ਹੈ ਮੌਜੂਦਾ ਜਿਹੜੀ ਲੁਟੇਰਾ ਰਾਜਨੀਤੀ ਬਣੀ ਹੋਈ ਸੀ। ਮੈਮ ਇੱਕ ਆਮ ਆਦਮੀ ਪਾਰਟੀ ਕੋਲ ਜੇ ਦਿੱਲੀ ਦੇ ਬਾਰਡਰ ਦੇ ਉੱਤੇ ਲੋਕ ਜਾ ਕੇ ਬੈਠੇ, ਕਿਸਾਨ ਬੈਠੇ ਹੋਏ ਆ, ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੂੰ ਕਿਤੇ ਨਾ ਕਿਤੇ ਕੋਈ ਨਾ ਕੋਈ ਪੋਜ਼ੀਟਿਵ ਪੋਲੀਟੀਕਲ ਮਾਈਲੇਜ ਉੱਥੋਂ ਨਜ਼ਰ ਆਉਂਦੀ ਹੈਗੀ ਆ। ਬਟ ਜੇ ਪੰਜਾਬ ਵੱਲ ਦਾ ਰੁਖ ਜਦੋਂ ਕਰਦੇ ਹਾਂ ਤਾਂ ਸਾਨੂੰ ਸਾਡੇ ਸੋਰਸਿਸ ਦੱਸਦੇ ਆ ਕਿ ਇਨਰ ਪੋਲੀਟਿਕਸ ਦੇ ਵਿੱਚ, ਇਨਰ ਪਾਰਟੀ ਪੋਲੀਟਿਕਸ ਦੇ ਵਿੱਚ ਇੱਕ ਵੱਡਾ ਘਮਾਸਾਨ ਮਚਿਆ ਹੋਇਆ ਆਮ ਆਦਮੀ ਪਾਰਟੀ ਦੇ ਵਿਚਕਾਰ ਕਿ CM ਕੌਣ ਬਣੇਗਾ, ਕਿਸ ਤਰ੍ਹਾਂ ਚੀਜ਼ਾਂ ਅੱਗੇ ਵਧਣਗੀਆਂ। ਇਹ ਚੀਜ਼ਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਅਫਵਾਹਾਂ ਨੇ, ਨਕਾਰਦੇ ਹੋ, ਜਾਂ ਅਸਲੀਅਤ ਇਹੀ ਹੈ ਕਿ ਹਾਂ ਅੰਦਰ ਵੀ ਘਮਾਸਾਨ ਚੱਲਦਾ ਪਿਆ ਜੋ ਕਿ ਆਮ ਆਦਮੀ ਪਾਰਟੀ ਦੇ ਚਿਹਰੇ ਤੋਂ ਕਿਤੇ ਨਾ ਕਿਤੇ ਹਲੇ ਝਲਕਦਾ ਨਹੀਂ ਪਿਆ? ਦੇਖੋ, ਆਮ ਆਦਮੀ ਪਾਰਟੀ 'ਚ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਆ। ਇੱਦਾਂ ਦੀ ਕੋਈ ਗੱਲ ਨਹੀਂ ਆ ਕਿ ਕੋਈ CM ਦਾ ਰੌਲਾ ਜਾਂ ਕਿਵੇਂ ਵੀ ਆ। ਜੋ ਕਾਬਲ ਸਿਆਣਾ ਲੀਡਰ, ਅਸੀਂ ਤਾਂ ਹਮੇਸ਼ਾ ਚਾਹੁੰਦੇ ਹਾਂ ਵੀ ਜਿਹਨੂੰ ਲੋਕ ਪਿਆਰ ਕਰਦੇ ਆ, ਸਿਆਣਾ ਲੀਡਰ ਹੈ, ਅਤੇ ਉਹਨੂੰ ਇਹ ਜਲਦੀ CM ਚਿਹਰਾ ਅਨਾਊਂਸ ਕਰਨਗੇ ਜਿਹਨੂੰ ਲੋਕ ਵੀ ਪਸੰਦ ਕਰਨਗੇ। ਅਤੇ ਰਹੀ ਗੱਲ ਕਿ ਇਹ ਹਮੇਸ਼ਾ ਆਪੋਜੀਸ਼ਨ ਵਾਲਿਆਂ ਦਾ ਕੰਮ ਹੁੰਦਾ ਵੀ ਕਹਿਣਾ ਵੀ ਆਮ ਆਦਮੀ ਪਾਰਟੀ ਇਸ ਟਾਈਮ ਆਮ ਆਦਮੀ ਪਾਰਟੀ ਨੂੰ ਇਸ ਚੀਜ਼ ਦੀ ਫਿਕਰ ਨਹੀਂ ਹੈ ਕਿ CM ਚਿਹਰਾ ਕਿਹਨੇ ਹੋਣਾ ਕਿਹਨੇ ਨਹੀਂ ਹੋਣਾ। ਇਸ ਟਾਈਮ ਹਰ ਇੱਕ ਨੂੰ ਫਿਕਰ ਇਹ ਹੋਣਾ ਚਾਹੀਦਾ ਵੀ ਸਾਡਾ ਇੱਕ ਇਤਿਹਾਸ ਰਚਿਆ ਗਿਆ। 1947 ਵੇਲੇ ਅਸੀਂ ਕਿਤੇ ਨਾ ਕਿਤੇ ਦੇਸ਼ ਨੂੰ ਆਜ਼ਾਦ ਕਰਾਇਆ ਸੀ, ਉਹ 'ਚ ਪੰਜਾਬੀਆਂ ਦਾ ਹਿੱਸਾ ਸੀ। 1984 'ਚ ਵੀ ਜਿਹੜਾ ਇਹ ਉਦੋਂ ਕਤਲੇਆਮ ਕੀਤਾ ਗਿਆ ਉਹਦੇ 'ਚ ਵੀ ਕਿਤੇ ਨਾ ਕਿਤੇ ਪੰਜਾਬੀ ਪਿੱਛੇ ਸੀ, ਉਹਦਾ ਇਨਸਾਫ ਨਹੀਂ ਮਿਲਿਆ ਸੀ। ਪਰ 2020 ਦੇ ਵਿੱਚ ਇੱਕ ਉਹ ਆਜ਼ਾਦੀ ਮਿਲਦੀ ਦਿਖਦੀ ਆ ਦੁਬਾਰੇ ਪੰਜਾਬੀਆਂ ਨੇ ਜਦੋਂ ਆਪਦੇ ਹੱਕਾਂ ਲਈ ਆਵਾਜ਼ ਬੁਲੰਦ ਉੱਥੇ ਕੀਤੀ ਆ। ਅਤੇ ਹੁਣ ਇਹ ਲੱਗਦਾ ਵੀ ਦੁਬਾਰੇ ਇੱਕ ਵੱਡਾ, ਜਦੋਂ 1947 'ਚ ਇਤਿਹਾਸ ਲਿਖਿਆ ਸੀ ਅਤੇ ਹੁਣ 2020 'ਚ ਲਿਖਿਆ ਜਾਣਾ। ਅਤੇ ਆਮ ਆਦਮੀ ਪਾਰਟੀ, ਮੈਨੂੰ ਇਹ ਲੱਗਦਾ ਵੀ ਉੱਥੇ ਇਸ ਟਾਈਮ ਚਾਹੇ ਉਹ ਪੰਜਾਬ ਦੇ MLAs ਨੇ, ਚਾਹੇ ਦਿੱਲੀ ਦੇ MLA ਨੇ, ਆਮ ਆਦਮੀ ਪਾਰਟੀ ਉੱਥੇ ਇੱਕ ਆਮ ਸੇਵਾਦਾਰ ਬਣ ਕੇ ਲੱਗੀ ਹੋਈ ਆ, ਕਿਤੇ ਅੱਗੇ ਨਹੀਂ ਲੱਗੀ ਹੋਈ। ਤੁਸੀਂ MLA ਨੂੰ ਪਛਾਣ ਹੀ ਨਹੀਂ ਸਕਦੇ, ਵਿੱਚ ਨੇ, ਲੋਕਾਂ ਦੇ ਵਿੱਚ ਬੈਠਦੇ ਆ, ਨਾਲ ਸੌਂਦੇ ਵੀ ਆ। ਸੋ ਜਿਹੜੇ ਆਮ ਆਦਮੀ, ਮੈਂ ਇੱਕ ਬੇਹੱਦ ਮੈਨੂੰ ਇਸ ਗੱਲ ਦਾ ਫਖਰ ਆ ਕਿ ਮੈਂ ਇੱਕ ਅੱਛੀ, ਨੇਕ ਦਿਲ ਅਤੇ ਇਮਾਨਦਾਰ ਪਾਰਟੀ ਨੂੰ ਸਪੋਰਟ ਕਰਦੀ ਹਾਂ, ਜਿੱਥੇ ਸਾਰਾ ਦੇਸ਼ ਅੱਜ ਕਿਸਾਨਾਂ ਦੇ ਜਿਹੜੇ ਸਪੈਸ਼ਲੀ ਲੀਡਰ ਨੇ ਖਿਲਾਫ ਹੋਏ ਆ। ਤਾਂ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਦੇ ਵਿੱਚ ਉਹ ਮਤੇ ਪਾੜੇ, ਸ਼ਰੇਆਮ ਪਾੜੇ, ਬਲਕਿ ਮੋਦੀ ਵੱਲੋਂ ਪ੍ਰੈਸ਼ਰ ਬਣਾਇਆ ਗਿਆ।
9 ਜੇਲ੍ਹਾਂ ਬਣਾ ਅੱਜ ਜੇ ਜੇਲ੍ਹਾਂ ਬਣ ਜਾਂਦੀਆਂ ਦਿੱਲੀ ਦੇ ਵਿੱਚ ਜਦੋਂ ਮੋਦੀ ਨੇ ਪ੍ਰੈਸ਼ਰ ਬਣਾਇਆ ਸੀ ਕੇਜਰੀਵਾਲ ਜੀ ਤੇ, ਤੁਹਾਨੂੰ ਲੱਗਦਾ ਵੀ ਇਹ ਕਿਸਾਨੀ ਸੰਘਰਸ਼ ਨੂੰ ਕਿਤੇ ਨਾ ਕਿਤੇ ਖਰਾਬ ਕੀਤਾ ਜਾਂਦਾ? पर किया भी जाता है, गालिब साहब कहते कि बहुत बेआबरू होकर तेरे कूचे से हम निकले, कहते कि बड़ी देर करती केजरीवाल साहब ने इस पूरे जो चलदा पिया सीगा तामझाम ਉਹਦੇ ਵਿੱਚ ਆ ਕੇ ਬਿੱਲ ਪਾੜਨ ਤੋਂ ਲੈ ਕੇ ਆਪਣਾ ਸਟੈਂਡ ਰੱਖਣ ਤੱਕ ਜਾਂ ਕਿਸਾਨਾਂ ਤੱਕ ਪਹੁੰਚਣ ਤੱਕ। ਮੈਂ ਇੱਕ ਦਿਨ ਪਹਿਲਾਂ ਜਰਨੈਲ ਸਿੰਘ ਜੀ ਹੋਰਾਂ ਨੂੰ ਸਵਾਲ ਕੀਤਾ ਸੀਗਾ ਕਿ ਕੇਜਰੀਵਾਲ ਸਾਹਿਬ ਕਦੋਂ ਆਣਗੇ, ਉਦੋਂ ਤੱਕ ਨਹੀਂ ਆਏ ਸੀਗੇ, ਉਹ ਦੇਰ ਕਰਤੀ ਉਹਨਾਂ ਨੇ ਆਉਂਦਿਆਂ। ਫਿਰ ਉਹ ਗੁਰੂ ਤੇਗ ਬਹਾਦਰ ਮੈਮੋਰੀਅਲ ਪਹੁੰਚ ਜਾਂਦੇ ਹੈਗੇ, ਪਰ ਉੱਥੇ ਕਿਸਾਨ ਇਹ ਕਹਿੰਦੇ ਕਿ ਕੇਜਰੀਵਾਲ ਸਾਹਿਬ ਆਏ ਪਰ ਉੱਥੇ ਪਹੁੰਚੇ ਨਹੀਂ। ਆਤੀਸ਼ੀ ਜੀ ਉੱਥੇ ਪਹੁੰਚਦੇ ਆ, ਕਰੇਟ ਲੈ ਕੇ ਕੇਲਿਆਂ ਦੇ, ਉਹ ਵੰਡਦੇ ਆ, ਚਲੇ ਜਾਂਦੇ ਆ। ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਸਭ ਤੋਂ ਪਹਿਲਾਂ ਜਿਹੜਾ ਜੰਤਰ ਮੰਤਰ ਤੇ ਸਾਰਾ ਪੰਜਾਬ ਜਾਣਦਾ ਕਿ ਜੰਤਰ ਮੰਤਰ ਉੱਤੇ ਧਰਨਾ ਦਿੱਤਾ ਗਿਆ ਸੀ, ਸਭ ਤੋਂ ਪਹਿਲਾਂ ਕਿਸੇ ਰਾਜਨੀਤਿਕ ਪਾਰਟੀ ਨੇ ਦਿੱਤਾ ਸੀ। ਉਹਦੇ ਵਿੱਚ ਕੇਜਰੀਵਾਲ ਸਰ ਨੇ ਆ ਕੇ ਹੋਕਾ ਲਾਇਆ ਸੀ ਵੀ ਕਿਸਾਨਾਂ ਨੂੰ ਉਹਨਾਂ ਦੇ ਹੱਕ ਦੇਣ ਦਿਓ। ਮੈਂ ਰਿਸਪੈਕਟ ਕਰਦੀ ਹਾਂ ਉਹਨਾਂ ਦੀ, ਇਹੋ ਜਿਹੇ ਲੀਡਰ ਦੀ ਜਿਨ੍ਹਾਂ ਨੇ ਉਹ ਰਾਜਨੀਤੀ, ਲੋਕ ਕਹਿੰਦੇ ਰਾਜਨੀਤੀ ਕਰਦੇ ਪਰ ਉਹ ਰਾਜਨੀਤੀ ਖੂਬਸੂਰਤ ਕਰਦੇ ਆ, ਇੱਕ ਸੇਵਾ ਭਾਵਨਾ ਵਾਲੀ ਰਾਜਨੀਤੀ ਕਰਦੇ ਆ। ਉਹ ਗੰਦੀ ਰਾਜਨੀਤੀ ਨਹੀਂ ਕਰਦੇ ਜਿਹੜੀ 73 ਸਾਲਾਂ ਦੀ ਇੱਥੇ ਹਰ ਲੁਟੇਰੇ ਮੰਤਰੀ ਨੇ ਕੀਤੀ। ਉਹ ਇੱਕ ਦੇਸ਼ ਦੀ ਸੇਵਾ ਕਰਨ ਦੀ ਤੇ ਰਾਜਨੀਤੀ ਬਦਲਣ ਦੀ ਗੱਲ ਕਰਦੇ ਆ। ਠੀਕ ਹੈ, ਪਹਿਲਾਂ ਜੰਤਰ ਮੰਤਰ ਤੇ ਧਰਨਾ ਆਮ ਆਦਮੀ ਪਾਰਟੀ ਨੇ ਲਾਇਆ ਸੀ, ਜਿਹਦੀ ਨੁਮਾਇੰਦਗੀ ਅਰਵਿੰਦ ਕੇਜਰੀਵਾਲ ਨੇ ਕੀਤੀ। ਉਹ ਤੋਂ ਬਾਅਦ ਵੀ ਸੰਜੇ ਸਿੰਘ ਨੇ ਮਾਈਕ ਤੋੜਤਾ ਸੀ ਰਾਜ ਸਭਾ ਦੇ ਵਿੱਚ। ਸੋ ਜਿੱਥੇ ਭਗਵੰਤ ਮਾਨ ਸਾਹਿਬ ਨੇ ਹਮੇਸ਼ਾ ਲੋਕ ਸਭਾ ਦੇ ਵਿੱਚ ਜਾ ਕੇ ਸਾਡੇ ਆਵਾਜ਼ ਬੁਲੰਦ ਕੀਤੀ, ਇੱਕ ਬੇਹੱਦ ਇਮਾਨਦਾਰ ਲੀਡਰ ਨੇ ਸਾਡੇ ਕੋਲ ਪੰਜਾਬ ਦੇ ਵਿੱਚ, ਸਾਡੇ ਪ੍ਰਧਾਨ ਨੇ ਜਿਹੜੇ ਸਾਫ਼ ਦਿਲ ਦੇ ਲੀਡਰ ਨੇ। ਸੋ ਸਾਡੇ ਕੋਲੇ ਨੇਕੀ ਤੋਂ ਬਿਨਾਂ ਤੇ ਚੰਗੀ ਨੀਤ ਤੋਂ ਬਿਨਾਂ ਕੁਛ ਨਹੀਂ ਆ। ਅੱਜ ਵੀ ਉੱਥੇ 24 ਘੰਟੇ ਲੰਗਰ ਚੱਲਦਾ। ਹਰ ਇੱਕ, ਜੇ ਕਿਸੇ ਨੂੰ ਕੋਈ ਕੋਟੀ ਚਾਹੀਦੀ ਆ, ਕੁਛ ਵੀ ਕਿਸੇ ਚੀਜ਼ ਦੀ ਜ਼ਰੂਰਤ ਆ, ਆਮ ਆਦਮੀ ਪਾਰਟੀ ਉੱਥੇ ਦੇ ਰਹੀ ਆ। ਪਾਣੀ ਦੀ ਹਰ ਇੱਕ ਸਹੂਲਤ ਦੱਸਣੀ ਬੜੀ ਜ਼ਰੂਰੀ ਹੈ ਕਿ ਅੱਜ ਹਰ ਇੱਕ ਤਰ੍ਹਾਂ ਦੀ ਸੇਵਾ ਆਮ ਆਦਮੀ ਪਾਰਟੀ ਕਰ ਰਹੀ ਹੈ। ਜੇ ਉੱਥੇ 9 ਜੇਲ੍ਹਾਂ ਉਸ ਵੇਲੇ ਬਣ ਜਾਂਦੀਆਂ, ਮੈਨੂੰ ਲੱਗਦਾ ਵੀ ਅੱਜ ਜਿੱਥੇ ਕਿਸਾਨੀ ਸੰਘਰਸ਼ ਸਿਖਰ ਦੇ ਉੱਤੇ ਕਿਤੇ ਨਾ ਕਿਤੇ ਉਹਨੂੰ ਬਹੁਤ ਮੁਸ਼ਕਲ ਹੈ। ਜੇ ਆਮ ਆਦਮੀ ਪਾਰਟੀ ਅੱਜ ਦਿੱਲੀ ਦੇ ਵਿੱਚ ਸਪੋਰਟ ਕਰ ਰਹੀ ਹੈ ਕਿਸਾਨਾਂ ਦੀ, ਹੁਣ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਕਿਸੇ ਕਿਸਾਨ ਉੱਤੇ ਕੋਈ ਕੇਸ ਕਰਦੀ ਹੈ ਖੱਟੜ ਸਰਕਾਰ ਜਾਂ ਮੋਦੀ ਸਰਕਾਰ, ਉਹਦਾ ਵਕੀਲ ਆਮ ਆਦਮੀ ਪਾਰਟੀ ਨੇ ਇੱਕ ਕਮੇਟੀ ਬਣਾਈ ਆ ਜਿਹੜੀ ਆਮ ਆਦਮੀ ਪਾਰਟੀ ਦੇ ਵਕੀਲ ਉਹ ਕੇਸ ਲੜਨਗੇ। ਸੋ ਜਿੰਨੀ ਸਪੋਰਟ, ਜਿੰਨੀ ਹਰ ਇੱਕ ਚੀਜ਼ ਦੀ ਸੇਵਾ ਆਮ ਆਦਮੀ ਪਾਰਟੀ ਦੇ ਰਹੀ ਹੈ ਕਿਸਾਨਾਂ ਨੂੰ ਦਿੱਲੀ ਦੇ ਵਿੱਚ, ਉਹਦੇ ਨਾਲ ਜਿਹੜਾ ਉਸ ਸੰਘਰਸ਼ ਨੂੰ ਦੁੱਗਣਾ ਬਲ ਮਿਲਿਆ। ਜੇ ਕਿਤੇ ਖੱਟੜ ਸਰਕਾਰ ਵਾਂਗੂ ਦਿੱਲੀ ਸਰਕਾਰ ਵੀ ਹੁੰਦੀ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਸੀ। ਪਰ ਅੱਜ ਜਿਹੜੀ ਇਸ ਗੱਲ ਮੰਨਣਯੋਗ ਹੈ, ਹਰ ਇੱਕ ਥਾਂ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਰਾਜਨੀਤੀ ਕਰ ਰਿਹਾ। ਇੱਦਾਂ ਦੀ ਚੰਗੀ ਰਾਜਨੀਤੀ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਸੇਵਾ ਕਰਨ ਵਾਲੀ ਰਾਜਨੀਤੀ ਹਰ ਇੱਕ ਨੂੰ ਕਰਨੀ ਚਾਹੀਦੀ ਹੈ। ਕਿਸਾਨਾਂ ਦੇ ਹੱਕ ਵਿੱਚ ਖੜਨ ਦੀ ਜ਼ਰੂਰਤ ਹਰ ਇੱਕ ਦੀ ਹੋਣੀ ਚਾਹੀਦੀ ਆ। ਇਹ ਜਿਹੜੇ ਕਾਲੇ ਕਾਨੂੰਨ ਇਹਨਾਂ ਨੇ ਵਿਧਾਨ ਸਭਾ ਵਿੱਚ ਫਾੜੇ, ਐਡੀ ਜ਼ਰੂਰਤ ਕੀਤੀ ਕੇਜਰੀਵਾਲ ਜੀ ਨੇ, ਇਹ ਦੇਸ਼ ਦੇ ਹਰ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਆ ਤਾਂ ਕਿ ਮੋਦੀ ਦੇ ਜਿਹੜੇ ਗੰਦੇ ਕੰਮਾਂ ਨੂੰ ਨੱਥ ਪਾਈ ਜਾ ਸਕੇ। ਉਹਦੀ ਚਮਚਾਗਿਰੀ ਕੀਤੇ ਜਾਣ ਵਾਲੇ ਜਿਹੜੀ ਉਹ ਕਰ ਰਿਹਾ ਅੱਜ ਇਹਨਾਂ ਦੀ ਪੂੰਜੀਪਤੀਆਂ ਦੀ, ਅਡਾਨੀ ਅੰਬਾਨੀ ਦੀ। ਇੱਕ ਹੋਰ ਗੱਲ ਹੈ, 2014 ਦੇ ਵਿੱਚ ਇਹੀ ਅੰਬਾਨੀ ਜਿਹਦੇ ਅੱਜ ਲੋਕ ਜਿਹਦੇ ਕਰਕੇ ਤੰਗ ਨੇ, ਜਿਹਨੂੰ ਦੇਸ਼ ਵੇਚਿਆ ਜਾ ਰਿਹਾ, ਪੰਜਾਬ ਵੇਚਿਆ ਜਾ ਰਿਹਾ, ਕਿਸਾਨੀ ਵੇਚੀ ਜਾ ਰਹੀ ਆ। ਕੇਜਰੀਵਾਲ ਜੀ ਦੀ ਜਦੋਂ ਸਰਕਾਰ ਬਣੀ ਸੀ, ਇਹਨਾਂ ਨੇ ਕੇਸ ਕੀਤਾ ਅੰਬਾਨੀ ਉੱਤੇ ਕਿ ਜੋ ਇਹ ਬਿਜਲੀ ਦੇ ਦਰ ਰੇਟ ਬਹੁਤ ਜ਼ਿਆਦਾ ਲਾ ਰਹੇ ਸੀ, ਐਂਡ ਕਰਪਸ਼ਨ ਦਾ ਕੇਸ ਬਣਾਇਆ ਸੀ। ਤਾਂ ਮੋਦੀ ਨੂੰ ਇੰਨਾ ਡਰ ਪਿਆ ਉਸ ਟਾਈਮ, ਮੋਦੀ ਦੀ ਸਰਕਾਰ ਸੀ, ਕਿ ਐਂਟੀ ਕਰਪਸ਼ਨ ਬਿਊਰੋ ਕੇਜਰੀਵਾਲ ਜੀ ਤੋਂ ਖੋ ਕੇ ਉਹਨਾਂ ਨੇ ਆਪਣੇ ਅੰਡਰ ਕਰ ਲਿਆ, ਜਿਹੜਾ ਕਿ ਕੇਜਰੀਵਾਲ ਜੀ ਦੇ ਕੋਲ ਸੀ, ਦਿੱਲੀ ਸਰਕਾਰ ਕੋਲ। ਤੇ ਉਹ ਕੇਸ ਨੂੰ ਰਫਾ ਦਫਾ ਕੀਤਾ ਗਿਆ ਕਿ ਅੰਬਾਨੀ ਫਸਣਾ ਨਹੀਂ ਚਾਹੀਦਾ। ਅੰਬਾਨੀ ਮੇਰਾ ਅਜ਼ੀਜ਼ ਦੋਸਤ ਆ। ਮੋਦੀ ਜੀ ਨੇ ਕਿਹਾ ਕਿ ਕੇਜਰੀਵਾਲ ਜੀ ਨੂੰ ਹਰ ਥਾਂ ਪ੍ਰੈਸ਼ਰ ਬਣਾਉਣ, ਕਦੇ ਉਹਨਾਂ ਦਾ ਘਰ ਘੇਰ ਲਿਆ ਜਾਂਦਾ, ਕਦੇ ਹਾਊਸ ਅਰੈਸਟ ਕਰ ਲਿਆ ਜਾਂਦਾ। ਸੋ ਇਮਾਨਦਾਰੀ ਕਦੇ ਨਹੀਂ ਦੱਬਦੀ, ਨਾ ਉਹ ਘਬਰਾਉਣ ਵਾਲਿਆਂ 'ਚੋਂ ਆ। ਸੇਵਾ ਕਰਦੇ ਰਹਿਣਾ ਚੰਗੀ ਗੱਲ ਆ। ਇਹੀ ਕਾਰਨ ਆ ਕਿ ਅੱਜ ਮੈਂ ਇਸ ਪਾਰਟੀ ਦੀ ਦਿਲ ਖੋਲ੍ਹ ਕੇ ਤੇ ਫਕਰ ਨਾਲ ਸਪੋਰਟ ਕਰਦੀ ਹਾਂ। ਅਨਮੋਲ ਜੀ, ਚਲੋ ਮੰਨਿਆ ਮੋਦੀ ਸਾਹਿਬ ਦੇ ਬਾਰੇ ਗੱਲ ਕਰਨ ਵੇਲੇ ਜਦੋਂ ਵੀ ਕੋਈ ਬੰਦਾ ਜਾਂ ਕੋਈ ਸ਼ਖਸ ਜਦੋਂ ਵੀ ਆਪਣਾ ਮੂੰਹ ਖੋਲ੍ਹਦਾ ਹੈ ਤਾਂ ਜੋ ਜਿਸ ਤਰ੍ਹਾਂ ਦੀ ਅਲਫਾਜ਼ ਉਹਨਾਂ ਦੇ ਮੂੰਹ 'ਚੋਂ ਨਿਕਲਦੇ ਆ ਉਹ ਜੱਗ ਜ਼ਾਹਰ ਹੋ ਚੁੱਕੇ ਹੋਏ ਆ। ਇਕੱਲੀ ਆਵਾਜ਼ ਜਿਹੜੀ ਪੂਰੇ ਦੁਨੀਆ 'ਚੋਂ ਆਉਂਦੀ ਪਈ ਉਹ ਇਹੀ ਹੈ ਕਿ ਕਾਲੇ ਕਾਨੂੰਨ ਵਾਪਸ ਹੋ ਜਾਣ। ਮੰਨ ਲਿਆ, ਬਟ ਮੈਨੂੰ ਇੱਕ ਚੀਜ਼ ਦੱਸੋ, ਤੁਸੀਂ ਹੁਣੇ ਇੱਕ ਚੀਜ਼ ਦਾ ਜ਼ਿਕਰ ਕੀਤਾ ਕਿ ਉੱਥੇ ਆਮ ਆਦਮੀ ਪਾਰਟੀ ਕੋਟੀਆਂ ਵੀ ਵੰਡਦੀ ਪਈ ਆ, ਉੱਥੇ ਲੰਗਰ ਵੀ ਚੱਲਦਾ ਪਿਆ, ਪਰ ਜੋ ਮੈਂ ਉੱਥੇ ਮਹਿਸੂਸ ਕੀਤਾ, ਉੱਥੇ
ਔਰ ਜੋ ਲੋਕਾਂ ਨੇ ਵੀ ਦੱਸਿਆ ਉੱਥੇ ਉਹ ਇਹ ਸੀਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਉੱਥੇ ਲੋਕ ਹੈਗੇ ਨੇ ਜਾਂ ਵਰਕਰਸ ਹੈਗੇ ਨੇ ਉਹ ਵੀਡੀਓਜ਼ ਵੀ ਬਣਾਉਂਦੇ ਆ, ਬਾਕਾਇਦਾ ਟਵਿੱਟਰ ਦੇ ਉੱਤੇ ਚੱਲਦੀਆਂ ਵੀ ਹੈਗੀਆਂ, ਸੋਸ਼ਲ ਮੀਡੀਆ 'ਤੇ ਪੈਂਦੀਆਂ ਵੀ ਹੈਗੀਆਂ ਨੇ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਲਈ ਇੰਜ ਕਰਦੀ ਪਈ ਹੈ ਅਤੇ ਇਸ ਤਰ੍ਹਾਂ ਕਰਦੀ ਪਈ ਹੈ। ਪਰ ਜਦੋਂ ਅੰਨਦਾਤਾ ਸਾਡੇ ਲਈ ਅੰਨ ਨੂੰ ਉਪਜਦਾ ਉਸ ਵੇਲੇ ਉਹ ਨਹੀਂ ਦੱਸਦਾ ਕਿ ਮੈਂ ਤੁਹਾਡੇ ਲਈ ਕੁਛ ਕਰਦਾ ਪਿਆ। ਇਹ ਪੋਲੀਟੀਕਲੀ ਆਪਣੇ ਆਪ ਨੂੰ ਕਿਸ ਤਰ੍ਹਾਂ ਇਸ ਕਿਸਾਨੀ ਅੰਦੋਲਨ ਦੇ ਵਿੱਚੋਂ ਸਟਰੋਂਗ ਕਰਨਗੀਆਂ ਸਿਆਸੀ ਪਾਰਟੀਆਂ, ਉਹਦੇ ਵਿੱਚ ਆਮ ਆਦਮੀ ਪਾਰਟੀ ਦੀ ਵੀ ਸ਼ਿਰਕਤ ਹੋ ਚੁੱਕੀ ਹੋਈ ਹੈ। ਦੇਖੋ ਇੱਕ ਗੱਲ ਹੈ, ਹੁਣ ਤੁਸੀਂ ਇੱਕ ਮੀਡੀਆ ਤੁਸੀਂ ਸਵਾਲ ਪੁੱਛਦੇ ਆ, ਜਦੋਂ ਇੱਕ ਰਾਜਨੀਤਿਕ ਪਾਰਟੀ ਹੁੰਦੀ ਹੈ ਉਹਦਾ ਫਰਜ਼ ਹੁੰਦਾ ਕਿ ਦੇਸ਼ ਦੀ ਜਨਤਾ ਦੀ ਸੇਵਾ ਕਰਨੀ ਤੇ ਉਸ ਸੇਵਾ ਨੂੰ ਲੋਕਾਂ ਸਾਹਮਣੇ ਰੱਖਣਾ, ਕਿਉਂਕਿ ਕੱਲ੍ਹ ਨੂੰ ਮੀਡੀਆ ਨੇ ਸਵਾਲ ਵੀ ਕਰਨਾ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ, ਕਿਤੇ ਦੇਖ ਕਿਉਂ ਨਹੀਂ ਰਹੀ। ਸੋ ਇੱਕ ਰਾਜਨੀਤਿਕ ਪਾਰਟੀ ਨੂੰ ਜ਼ਰੂਰ, ਜੇ ਤੁਸੀਂ ਨੇਕ ਕੰਮ ਕਰ ਰਹੇ ਹੋ, ਚੰਗਾ ਕੰਮ ਕਰ ਰਹੇ ਹੋ, ਉਹਨੂੰ ਜ਼ਰੂਰ ਪਾਓ ਤਾਂ ਕਿ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਥੋੜ੍ਹੀ ਸ਼ਰਮ ਆਵੇ ਪਰ ਕਿ ਅਨਮੋਲ ਜੀ ਸਾਨੂੰ ਵੀ ਕਰਨਾ ਤੁਹਾਨੂੰ ਇੰਝ ਲੱਗਦਾ ਹੈ ਕਿ ਜਦੋਂ ਕੋਈ ਪਾਰਟੀ ਕੰਮ ਕਰੇਗੀ, ਸਿਆਸੀ ਪਾਰਟੀ, ਉਦੋਂ ਜਦੋਂ ਮੀਡੀਆ ਸਵਾਲ ਕਰੇਗੀ, ਮੀਡੀਆ ਨੂੰ ਜਵਾਬ ਦੇਣ ਦੇ ਲਈ ਉੱਥੋਂ ਦੇ ਲੋਕ ਮੌਜੂਦ ਹੋਣਗੇ। ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਪਾਰਟੀ ਨੂੰ ਆਪ ਦੱਸਣ ਦੀ ਲੋੜ ਨਹੀਂ ਪਏਗੀ ਕਿ ਅਸੀਂ ਇੰਝ ਕੀਤਾ। ਲੋਕਾਂ ਦੇ ਲਈ, ਭਲੇ ਦੇ ਲਈ ਜਦੋਂ ਵੀ ਤੁਸੀਂ ਕੰਮ ਕਰੋਗੇ ਤਾਂ ਲੋਕ ਆਪੇ ਬੋਲ ਕੇ ਦੱਸਣਗੇ। ਬਿਲਕੁਲ, ਤੁਸੀਂ ਦੇਖੋ ਅੱਜ ਮੈਂ ਇੱਕ ਆਮ ਆਦਮੀ ਪਾਰਟੀ ਦੀ ਨੁਮਾਇੰਦਾ, ਤੁਸੀਂ ਮੇਰੇ ਤੋਂ ਪੁੱਛ ਰਹੇ ਹੋ ਤਾਂ ਮੈਨੂੰ ਦੱਸਣਾ ਪੈਣਾ ਸਾਰਾ ਕੁਝ ਕਿ ਆਮ ਆਦਮੀ ਪਾਰਟੀ ਕੀ ਕਰ ਰਹੀ ਹੈ। ਤੇ ਇਹ ਹਰ ਕੋਈ ਬੰਦਾ ਦੱਸ ਵੀ ਨਹੀਂ ਸਕਦਾ, ਕਿਉਂਕਿ ਆ ਜਿਹੜੇ ਰਾਜਨੀਤਿਕ ਬੰਦੇ ਉਹ ਕੁਝ ਕਰਦੇ ਨਹੀਂ ਆ। ਤੇ ਲੋਕਾਂ ਦੀ ਸੇਵਾ ਕਰਨਾ, ਲੋਕਾਂ ਦੇ ਸੰਘਰਸ਼ ਨੂੰ ਹੋਰ, ਕਿਉਂਕਿ ਅੱਜ ਕੱਲ੍ਹ ਤੇ ਉੱਥੇ ਜੇ ਪੀਜ਼ਾ ਵੀ ਖਾ ਰਹੇ ਉਹਦੀਆਂ ਵੀ ਵੀਡੀਓਜ਼ ਪੈ ਰਹੀਆਂ, ਹਰ ਇੱਕ ਚੀਜ਼ ਦੀਆਂ ਪੈ ਰਹੀਆਂ, ਕਿਸਾਨੀ ਸੰਘਰਸ਼ ਦੁਨੀਆ ਭਰ 'ਚ ਦਿਖਾਇਆ ਜਾ ਰਿਹਾ। ਤੇ ਤੁਸੀਂ ਜੇ ਨੇਕ ਕੰਮ ਕਰਦੇ ਹੋ ਉਹਨੂੰ ਦਿਖਾਉਣਾ, ਪ੍ਰਮੋਟ ਕਰਨਾ, ਮੈਨੂੰ ਲੱਗਦਾ ਵੀ ਕੋਈ ਮਾੜੀ ਗੱਲ ਨਹੀਂ। ਤੇ ਇੱਕ ਰਾਜਨੀਤਿਕ ਪਾਰਟੀ ਨੂੰ ਇਹ ਜ਼ਰੂਰ ਦਿਖਾਉਣਾ ਪੈਂਦਾ ਵੀ ਅਸੀਂ ਇਸ ਸੇਵਾ ਵਿੱਚ ਉਤਰੇ ਹੋਏ ਹਾਂ। ਦੇਸ਼ ਦੀ ਜਨਤਾ ਸਵਾਲ ਨਾ ਕਰੇ ਵੀ ਕਿੱਥੇ ਗਾਇਬ ਨੇ, ਕਿਉਂਕਿ ਸੋਸ਼ਲ ਮੀਡੀਆ ਇੱਕ ਅੱਛਾ ਪਲੇਟਫਾਰਮ ਆ ਤੇ ਨੇਕ ਕੰਮ ਨੂੰ ਦਿਖਾਉਣ ਦੇ ਵਿੱਚ ਕੋਈ ਬੁਰਾਈ ਨਹੀਂ ਹੁੰਦੀ। ਹੁਣ ਬਾਕੀ ਪਾਰਟੀਆਂ ਵਿਖਾ ਲੈਣ, ਮੈਨੂੰ ਤਾਂ ਇਹ ਲੱਗਦਾ ਕਿ ਕਾਂਗਰਸ ਤੇ ਬੀਜੇਪੀ ਵਾਲਿਆਂ ਨੂੰ ਜਾਂ ਇੱਕ ਜਿਹੜੀ ਸੈਂਟਰ ਵਾਲੀ, ਉਹ ਤਾਂ ਮੈਂ ਹੈਰਾਨ ਹੀ ਆ, ਸਾਡੇ ਸੋਨੀਆ ਗਾਂਧੀ ਜੀ ਉਹਨਾਂ ਦਾ ਪਰਿਵਾਰ, ਮੈਨੂੰ ਲੱਗਦਾ ਉਹਨੂੰ ਠੰਡ ਹੀ ਇੰਨੀ ਲੱਗ ਰਹੀ ਆ। ਨਹੀਂ ਗਏ ਅੱਜ ਗਏ ਨੇ, ਫਾਈਨਲੀ ਰਜਾਈ ਚੋਂ ਬਾਹਰ ਆ ਗਏ। ਪਰ ਹੋ ਸਕਦਾ ਦਸਤਾਵੇਜ਼ ਦੇ ਉੱਤੇ ਸਾਈਨ ਕਰਵਾ ਕੇ ਲੋਕਾਂ ਦੇ ਉੱਥੇ ਪਹੁੰਚੇ ਸੀਗੇ, ਲੇਕਿਨ ਉਹਨਾਂ ਦੀ ਗ੍ਰਿਫਤਾਰੀ ਹੋ ਗਈ। ਅੱਛਾ, ਗ੍ਰਿਫਤਾਰੀ ਮਤਲਬ ਪ੍ਰੋਪਰ ਵਧੀਆ ਤਰੀਕੇ ਨਾਲ। ਗੱਲ ਇਹ ਆ ਵੀ ਮੈਨੂੰ ਤਾਂ ਇਹ ਲੱਗਿਆ ਸੀ ਵੀ ਠੰਡ ਹੀ ਇੰਨੀ ਮੰਨ ਰਹੇ ਨੇ ਵੀ ਉਹ ਕਹਿੰਦੇ ਹੁਣ ਵੀ ਇਹੀ ਕਿਉਂ ਠੰਡ 'ਚ ਜਾਈਏ, ਵੀ ਠੰਡ ਵੀ ਲੱਗ ਸਕਦੀ ਆ, ਹੈ ਨਾ, ਕਰੋਨਾ ਕਹੋ ਜੇ, ਜਾਂ ਹੋ ਸਕਦਾ ਵੀ ਕੋਈ ਐਵੇਂ ਕਿਉਂ ਅਸੀਂ ਬੋਡੀ ਨੂੰ ਕਿਉਂ ਅਗਲੇ ਠੰਡ ਲਵਾਉਣ ਆਪਣੇ ਸਰੀਰ ਨੂੰ। ਸੋ ਇਹ ਤਾਂ ਕਮਾਲ ਹੋ ਗਈ ਵੀ ਰਜਾਈ ਛੱਡਤੀ ਉਹਨਾਂ ਨੇ, ਆਪਣੇ ਕਾਂਗਰਸ ਵਾਲਿਆਂ ਨੇ। ਬੜੇ ਸੋਹਲ ਜਿਹਾ ਟੱਬਰ ਆ ਉਹ। ਫਾਈਨਲੀ ਉਹਨਾਂ ਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਮੇਰੀ ਪਿਛਲੀ ਇੰਟਰਵਿਊ ਸੁਣ ਲਈ ਹੋਣੀ ਜਿਹਦੇ 'ਚ ਮੈਂ ਕਹੀਆਂ 3-4 ਗੱਲਾਂ ਉਹਨਾਂ ਨੂੰ। ਤੇ ਚਲੋ ਬੇਸ਼ੱਕ ਜਿਵੇਂ ਵੀ ਆਏ, ਹਰ ਇੱਕ ਨੂੰ ਕਿਵੇਂ ਨਾ ਕਿਵੇਂ ਕਰਕੇ ਆਉਣਾ ਜ਼ਰੂਰ ਚਾਹੀਦਾ। ਉਹਨਾਂ ਨੂੰ ਪਤਾ ਲੱਗੇ ਵੀ ਜਿਹੜਾ ਦੇਸ਼ ਦਾ ਜਦੋਂ ਕਿਸਾਨ ਆ, ਮਜ਼ਦੂਰ ਆ। ਕਾਊਂਟਰ ਕੁਐਸਚਨ ਕਾਂਗਰਸ ਵੀ ਕਰ ਦੇਗੀ ਤੁਹਾਨੂੰ ਕਿ ਕੇਜਰੀਵਾਲ ਸਾਹਿਬ ਇੱਕ ਵਾਰੀ ਗਏ ਆ, ਉਸ ਤੋਂ ਬਾਅਦ ਕਿੰਨੀ ਕੁ ਵਾਰੀ ਗਏ ਆ। ਦੇਖੋ ਉਹ ਕਿਹੜੇ ਰਾਜ ਦਾ ਮੁੱਖ ਮੰਤਰੀ ਆ? ਕਿਸਾਨ ਦਿੱਲੀ ਵਿੱਚ ਤਾਂ ਇੰਨੇ ਕਿਸਾਨ ਵੀ ਹੈ ਨਹੀਂ, ਠੀਕ ਹੈ। ਫਰਜ਼ ਕਿਹਦਾ ਬਣਦਾ ਸੀ ਉੱਥੇ ਜਾਣਾ? ਸਾਡੇ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਜੀ ਦਾ। ਪਰ ਉਹਨਾਂ ਨੂੰ ਤਾਂ ਇਸ ਗੱਲ ਦਾ ਹੈ ਨਹੀਂ ਸੀ। ਪਹਿਲਾਂ ਜੰਤਰ ਮੰਤਰ ਤੇ ਪਹਿਲਾਂ ਕੇਜਰੀਵਾਲ ਜੀ ਗਏ, ਉਹ ਤੋਂ ਬਾਅਦ ਵੀ ਕੇਜਰੀਵਾਲ ਜੀ ਜਾ ਕੇ ਆਏ ਨੇ। ਤੇ ਅੱਜ ਕੇਜਰੀਵਾਲ ਜੀ ਦੇ ਜਿੰਨੇ ਨੁਮਾਇੰਦੇ ਉਹ ਸਾਰੇ ਕੇਜਰੀਵਾਲ ਹੀ ਨੇ। ਜਦੋਂ ਅਸੀਂ ਵੀ ਗੱਲ ਕਰਦੇ ਹਾਂ, ਅਸੀਂ ਉਹਨਾਂ ਦੇ ਨੁਮਾਇੰਦੇ ਬਣ ਕੇ ਗੱਲ ਕਰਦੇ ਹਾਂ। ਤੇ ਉੱਥੇ ਕੋਈ ਇਹ ਨਹੀਂ ਹੈਗਾ ਉਹ ਅਲੱਗ ਤੋਂ ਬੈਠੇ ਨੇ। ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਬੈਠੀ ਹੈ, ਬਿਨੇ ਦਿਖਾਵੇ ਤੋਂ ਬੈਠੀ ਹੈ। ਤੇ ਜਿੰਨੀ ਕੋਸ਼ਿਸ਼ ਕਰ ਰਹੀ ਹੈ, ਦੇਖੋ ਕਿਤੇ ਨਾ ਕਿਤੇ ਲੋਕ ਰਾਜਨੀਤਿਕ ਪਾਰਟੀਆਂ ਤੋਂ ਡਰਦੇ ਨੇ। ਇਹ ਡਰ ਕੱਢਣ ਦੀ ਵੀ ਲੋੜ ਹੈ। ਤੁਹਾਨੂੰ ਵੀ ਪਤਾ ਬਾਈ ਜੀ ਵੀ ਲੋੜ ਤੋਂ ਜ਼ਿਆਦਾ ਜੇ ਕੋਈ ਰਾਜਨੀਤਿਕ ਪਾਰਟੀ ਮੂਹਰੇ ਹੋ ਕੇ ਜਾਂ ਬੋਲ ਬਲਈਆ ਕਰੂਗੀ ਤਾਂ ਕਿਸਾਨ ਕਿਤੇ ਨਾ ਕਿਤੇ ਘਬਰਾਉਂਦੇ ਆ। ਸੋ ਉਹਨਾਂ ਦੀ ਉਸ ਗੱਲ ਦਾ ਖਿਆਲ ਰੱਖਣਾ, ਉਹਨਾਂ ਦੇ ਜਜ਼ਬਾਤਾਂ ਦਾ ਖਿਆਲ ਰੱਖਣਾ ਹਰ ਇੱਕ ਪਾਰਟੀ ਦਾ ਫਰਜ਼ ਆ ਜੀ। ਪਰ ਜਦੋਂ ਅਸੀਂ ਅਰਵਿੰਦ ਕੇਜਰੀਵਾਲ ਸਾਹਿਬ ਦੇ ਬੈਕਗਰਾਊਂਡ 'ਤੇ ਨਜ਼ਰ ਮਾਰਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਸੋਸ਼ਲ ਐਕਟੀਵਿਸਟ ਸੀਗੇ। ਸਭ ਤੋਂ ਵੱਡਾ ਅੰਦੋਲਨ ਜੋ ਹੋਇਆ ਸੀਗਾ ਉਹਨਾਂ ਦੀ ਸਰਪ੍ਰਸਤੀ ਹੇਠ ਹੋਇਆ ਸੀਗਾ। ਇੱਕ ਸੋਸ਼ਲ ਐਕਟੀਵਿਸਟ ਜਿਹੜਾ ਹੁੰਦਾ ਜਾਂ ਉੱਥੇ ਜਿੰਨੇ ਤਮਾਮ ਸੋਸ਼ਲ ਐਕਟੀਵਿਸਟ ਉੱਥੇ ਬੈਠੇ ਉਹਨਾਂ ਨੇ ਟੈਂਟ ਲਵਾ ਲਏ ਉੱਥੇ ਆਪਣੇ। ਜਦੋਂ ਅਸੀਂ ਆਪਣੇ, ਜਿਵੇਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਨੁਮਾਇੰਦੇ ਹੋ ਆਮ ਆਦਮੀ ਪਾਰਟੀ ਦੇ, ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕੰਮ ਵੀ ਤੁਹਾਨੂੰ ਗਿਣਾਉਣੇ ਪੈਣਗੇ। ਲੇਕਿਨ ਲੋਕਾਂ ਦੀ ਸ਼ਿਕਾਇਤ ਹਮੇਸ਼ਾ ਇਹੀ ਰਹਿੰਦੀ ਹੈ ਕਿ ਜੇ ਅਸੀਂ ਇੱਥੇ ਠੰਡ ਦੇ ਵਿੱਚ ਬੈਠੇ, ਜਿਵੇਂ ਤੁਸੀਂ ਕਿਹਾ ਕਿ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਉਹਨਾਂ ਨੇ ਰਜਾਈ ਅਲਟੀਮੇਟਲੀ ਛੱਡ ਹੀ ਦਿੱਤੀ ਅਤੇ ਪਹੁੰਚ ਗਏ। ਇਹ ਸਵਾਲ ਦੁਬਾਰਾ ਤੁਹਾਡੇ ਕੋਲੋਂ ਵੀ ਪੁੱਛਿਆ ਜਾਏਗਾ ਕਿ ਸਿਰਫ ਇੱਕ ਵਾਰੀ ਜੰਤਰ ਮੰਤਰ 'ਤੇ ਜਾਣਾ ਜਾਂ ਇੱਕ ਵਾਰੀ ਗੁਰੂ ਤੇਗ ਬਹਾਦਰ ਮੈਮੋਰੀਅਲ ਪਹੁੰਚ ਜਾਣਾ, ਇਹਦੇ ਨਾਲ ਕੀ ਇਹ ਸੂਰਤ ਹਾਲ ਬਦਲਣਗੇ? ਹਾਂਜੀ, ਮੈਂ ਦੱਸਦੀ ਹਾਂ। ਆਮ ਆਦਮੀ ਪਾਰਟੀ ਦੀ ਸਾਰੀ ਟੀਮ ਪਰਮਾਨੈਂਟ MLAs ਦੀ ਟੀਮ ਸਿੰਘੂ ਬਾਰਡਰ 'ਤੇ ਲੱਗੀ ਹੋਈ ਆ। ਇੱਕ ਜਿਹੜਾ
ਰਾਜ ਦਾ ਮੁੱਖ ਮੰਤਰੀ ਹੁੰਦਾ, ਮੈਨੂੰ ਲੱਗਦਾ ਵੀ ਉਹਦੀ ਸ਼ਿਰਕਤ ਕਰਨੀ, ਆਉਣਾ, 2 ਵਾਰੀ ਆਉਣਾ, ਤੁਹਾਨੂੰ ਵੀ ਪਤਾ ਮੁੱਖ ਮੰਤਰੀ ਦਾ ਇੱਕ ਪ੍ਰੋਟੋਕਾਲ ਵੀ ਹੁੰਦਾ, ਅਤੇ ਜਦੋਂ ਉਹ ਆਉਂਦਾ ਇੱਕ ਉਸ ਚੀਜ਼ ਦੀ ਹਰ ਇੱਕ ਚੀਜ਼ ਦਾ ਧਿਆਨ ਰੱਖਿਆ ਜਾਂਦਾ। ਜੇ ਆਪਾਂ ਕਹੀਏ ਵੀ 24 ਘੰਟੇ ਉਹ ਉੱਥੇ ਹੀ ਬੈਠ ਜਾਣ, ਉਸ ਚੀਜ਼ ਨੂੰ ਉਹਨਾਂ ਦੇ ਪਾਰਟੀ ਨੁਮਾਇੰਦੇ ਬੈਠੇ ਨੇ, ਸਾਰਾ ਕੁਛ ਕਰ ਰਹੇ ਨੇ। ਜੇ ਕਿਸਾਨ ਕਹਿਣ, ਮੈਨੂੰ ਨਹੀਂ ਲੱਗਦਾ ਜਿਹੜੇ ਬੰਦੇ ਨੇ ਜੰਤਰ ਮੰਤਰ 'ਤੇ ਇੰਨੇ ਦਿਨ ਭੁੱਖੇ ਰਹਿ ਕੇ ਕੱਢੇ ਹੋਣ, ਅੱਜ ਜੇ ਕਿਸਾਨ ਇਹ ਵੀ ਕਹਿ ਦੇਣਗੇ ਨਾ ਵੀ 24 ਘੰਟੇ ਬੈਠੋ, ਉਹਨਾਂ ਲਈ ਇਹ ਤੋਂ ਜ਼ਿਆਦਾ ਫਖਰ ਦੀ ਗੱਲ ਅਰਵਿੰਦ ਕੇਜਰੀਵਾਲ ਲਈ ਕੋਈ ਨਹੀਂ ਹੋਣੀ। ਉਹ ਆ ਜਾਣਗੇ, ਉਹ ਸਾਡੇ ਪੰਜਾਬ ਦੇ ਸੁਖਬੀਰ ਸਿੰਘ ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਜਾਂ ਨਰਿੰਦਰ ਮੋਦੀ ਨਹੀਂ ਹੈਗੇ। ਉਹਨਾਂ ਨੇ ਜਦੋਂ ਉਹਨਾਂ ਨੇ ਰਾਜਨੀਤੀ ਵਿੱਚ ਆਏ ਸੀ ਨਾ, ਉਹ ਕਹਿੰਦੇ ਵੀ ਰਾਜਨੀਤੀ 'ਚ ਮੇਰਾ ਆਉਣ ਦਾ ਕਾਰਨ ਹੈ ਵੀ ਜਿਹੜੀ ਰਾਜਨੀਤੀ ਹੈ ਗੁੰਡਾਂ ਦੇ ਹੱਥ 'ਚ ਨਹੀਂ ਰਹਿਣ ਦੇਣੀ। ਇਹ ਇਮਾਨਦਾਰ ਲੋਕਾਂ ਦੇ, ਜਿਨ੍ਹਾਂ ਨੇ ਇਮਾਨਦਾਰ ਲੋਕਾਂ ਦੇ ਹੱਥ 'ਚ ਆਵੇ, ਜਿਨ੍ਹਾਂ ਨੇ ਆਪਣੇ ਕਮਿਸ਼ਨਰ ਦਾ ਐਡਾ ਵੱਡਾ ਅਹੁਦਾ ਛੱਡ ਕੇ ਦੇਸ਼ ਦੀ ਸੇਵਾ ਕਰਨੀ ਚੁਣ ਲਈ। ਜਿਹੜੇ ਲੋਕਾਂ ਨੂੰ ਪੈਸਾ ਪਿਆਰਾ ਹੁੰਦਾ ਨਾ, ਤਾਂ ਜਿਹੜਾ ਪੁਲਿਸ ਦਾ ਕਮਿਸ਼ਨਰ ਦਾ ਰੈਂਕ ਹੁੰਦਾ ਉਹ ਬਹੁਤ ਵੱਡਾ ਹੁੰਦਾ। ਜੇ ਜਿਨ੍ਹਾਂ ਨੂੰ ਕਰਪਸ਼ਨ ਕਰਨੀ ਹੋਵੇ ਜਾਂ ਜਿਨ੍ਹਾਂ ਨੇ ਲੋਕਾਂ ਨੂੰ ਲੁੱਟਣਾ ਹੋਵੇ, ਉਹਦੇ ਜਿਹੜਾ ਕਮਿਸ਼ਨਰ ਰੈਂਕ ਉਹ ਬਹੁਤ ਵੱਡਾ ਹੁੰਦਾ। ਪਰ ਉੱਥੋਂ ਉਦੋਂ ਵੀ ਬੇਹੱਦ ਇਮਾਨਦਾਰ ਇਨਸਾਨ ਸੀਗੇ, ਅਤੇ ਅੱਜ ਤੇ ਉਹਨਾਂ ਦੀਆਂ ਇਮਾਨਦਾਰੀ ਦੀ ਮਿਸਾਲ ਮੈਨੂੰ ਲੱਗਦਾ ਵੀ ਦੁਨੀਆ ਭਰ 'ਚ ਦਿੱਤੀ ਜਾਂਦੀ ਹੈ ਵੀ ਫਾਈਨਲੀ ਇੰਡੀਆ 'ਚ ਕਿਸੇ ਇਮਾਨਦਾਰ ਨੇਤਾ ਨੇ ਜਨਮ ਲਿਆ, ਪੈਦਾ ਹੋਏ। ਅਤੇ ਜਦੋਂ ਇਹਨਾਂ ਨੇ ਚੈਲੰਜ ਕੀਤਾ ਸੀ ਨਾ, ਜਦੋਂ ਉਦੋਂ ਲੋਕਪਾਲ ਬਿੱਲ ਪਾਸ ਕਰਵਾਉਣ ਨੂੰ ਕਹਿੰਦੇ ਸੀ ਕਿ ਤੁਸੀਂ ਆਉਣਾ ਅਤੇ ਰਾਜਨੀਤੀ 'ਚ ਆ ਕੇ ਸਾਡੇ ਨਾਲ ਟੱਕਰ ਲਓ, ਵੀ ਆਹ ਇੱਦਾਂ ਦੀਆਂ ਗੱਲਾਂ ਨਾ ਕਰੋ, ਧਰਨੇ ਦੇ ਅਤੇ ਇਹਨਾਂ ਨੇ ਉਦੋਂ ਚੈਲੰਜ ਐਕਸੈਪਟ ਕੀਤਾ ਅਤੇ ਕਾਂਗਰਸ ਦੀ 0 ਸੀਟ ਕਰ ਦਿੱਤੀ ਸੀ ਦਿੱਲੀ 'ਚ। 0 ਇੱਕ ਆਮ ਇਨਸਾਨ, ਇੱਕ ਪੁਲਿਸ ਆਫਿਸਰ ਨੇ ਇਮਾਨਦਾਰੀ ਦੇ ਸਿਰ ਉੱਤੇ 0 ਕਾਂਗਰਸ ਕਰ ਦਿੱਤੀ ਸੀ ਦਿੱਲੀ ਦੇ ਵਿੱਚ, ਅਤੇ ਉਹ ਵੇਲਾ ਹੁਣ ਪੰਜਾਬ 'ਚ ਵੀ ਆ ਗਿਆ। ਮੈਨੂੰ ਇੱਕ ਚੀਜ਼ ਦੱਸੋ, ਮੈਂ ਪੁਰਾਣੇ ਟਵਿੱਟਰ ਅਕਾਊਂਟਸ ਦੇਖ ਰਿਹਾ ਸੀਗਾ, ਇੱਕ ਟਵੀਟ ਮੈਂ ਅਰਵਿੰਦ ਕੇਜਰੀਵਾਲ ਸਾਹਿਬ ਦਾ ਦੇਖਿਆ, ਉਹਦੇ ਵਿੱਚ ਉਹਨਾਂ ਨੇ ਟਵੀਟ ਕੀਤਾ ਸੀਗਾ ਜਦੋਂ ਸ਼ਾਹੀਨ ਬਾਗ ਦਾ ਅੰਦੋਲਨ ਚੱਲਦਾ ਪਿਆ ਸੀਗਾ, ਉਦੋਂ ਉਹਨਾਂ ਨੇ ਸ਼ਿਕਾਇਤ ਦਰਜ ਕਰਾਈ ਸੀਗੀ ਟਵੀਟ ਕਰਕੇ ਕਿ ਰਸਤਾ ਰੁਕਿਆ ਹੋਇਆ, ਜਾਮ ਲੱਗਾ ਹੋਇਆ। ਪਰ ਦੂਜੇ ਪਾਸੇ ਜਦੋਂ ਕਿਸਾਨੀ ਅੰਦੋਲਨ ਚੱਲਦਾ, ਉਹਨਾਂ ਦੇ ਹੱਕ ਦੇ ਵਿੱਚ ਖੜੇ ਹੁੰਦੇ ਕਿ ਕੋਈ ਗੱਲ ਨਹੀਂ, ਜਾਮ ਲੱਗਾ ਅਤੇ ਕੋਈ ਗੱਲ ਨਹੀਂ, ਕਿਸਾਨ ਆਪਣੇ ਹੱਕ ਦੇ ਲਈ ਉੱਥੇ ਮੌਜੂਦ ਹੈ। ਇਹ ਲੋਕ ਕਹਿੰਦੇ ਕਿ ਦੋਗਲਾ ਚਿਹਰਾ ਹੈਗਾ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਸਾਹਿਬ ਜੋ ਹੈਗੇ ਆ, ਪੰਜਾਬ ਦੇ ਵਿੱਚ ਆਪਣੀ ਸਿਆਸਤ ਚਮਕਾਉਣ ਦੇ ਲਈ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹੋਏ। ਇਹ 2 ਟਵੀਟ ਵੀ ਦੱਸਦੇ ਆ। ਦੇਖੋ ਇੱਕ ਗੱਲ ਮੇਰੀ ਸੁਣੋ ਵੀ, ਕਿ ਜਿਹੜੀ ਇਹ ਸਿਆਸਤ ਹੈ ਇਹ ਉਹਨਾਂ ਨੂੰ ਚਮਕਾਉਣੀ ਆਉਂਦੀ ਹੈ, ਇਹਨਾਂ ਦਾ ਨਹੀਂ ਜੀ ਕਰਦਾ ਜਿਹੜੇ ਆਪਣੇ ਕੈਪਟਨ ਅਮਰਿੰਦਰ ਸਿੰਘ ਵੀ ਅਸੀਂ ਵੀ ਸਿਆਸਤ ਚਮਕਾ ਲਈਏ, ਜਾਂ ਅੱਜ ਮੋਦੀ ਸਿਆਸਤ ਚਮਕਾ ਲੈਂਦੇ, ਇਹਨਾਂ ਨੇ ਕਿਉਂ ਆਪਣਾ ਜਲੂਸ ਕਢਾਇਆ ਹੋਇਆ। ਜੇ ਤੁਸੀਂ ਸੇਵਾ ਕਰਕੇ ਚਮਕੋ, ਸੇਵਾ ਕਰੋ, ਲੋਕਾਂ ਦੀ ਇੱਜ਼ਤ ਕਰੋ। ਅੱਜ ਕਿਸਾਨ ਦੇਸ਼ ਦਾ ਆਧਾਰ ਹੁੰਦੇ ਨੇ। ਇਹ ਜਿਹੜਾ ਦੇਸ਼ ਹੈ, ਇੱਥੇ 60-70% ਲੋਕ ਖੇਤੀ ਕਰਦੇ ਨੇ। ਜੇ ਤੁਸੀਂ ਕਿਸਾਨਾਂ ਦੀ ਸੇਵਾ ਕਰਕੇ ਤੁਸੀਂ ਸਮਝਦੇ ਹੋ ਵੀ ਇਸ ਅੰਦੋਲਨ ਦੀ ਮਹੱਤਤਾ ਕੀ ਆ, ਇਹ ਕੋਈ ਧਰਮ ਦੀ ਲੜਾਈ ਨਹੀਂ ਆ, ਇਹ ਮੰਦਰ ਮਸਜਿਦਾਂ ਗੁਰਦੁਆਰਿਆਂ ਦੀ ਲੜਾਈ ਨਹੀਂ ਆ, ਇਹ ਅੱਜ ਹੱਕਾਂ ਦੀ ਲੜਾਈ ਹੈ। ਬਾਈ ਜੀ, ਮੀਡੀਆ ਨੂੰ ਵੀ ਇਹ ਗੱਲ ਤੁਹਾਨੂੰ ਵੀ ਮੰਨਣੀ ਪਊ ਕਿ ਜਦੋਂ ਐਡਾ ਵੱਡਾ ਸਮੂਹ ਕਿਸਾਨਾਂ ਦਾ ਜਾ ਕੇ ਉੱਥੇ ਬੈਠ ਗਿਆ ਅਤੇ ਕੇਜਰੀਵਾਲ ਜੀ ਉਹਨਾਂ ਦੇ ਹੱਕ 'ਚ ਖੜੇ ਨੇ, ਅਤੇ ਤੁਸੀਂ ਚਮਕਾਓ, ਜਿਹਦੇ ਮੈਂ ਤਾਂ ਕਹਿੰਦੀ ਚਮਕਾਓ, ਸੇਵਾ ਕਰੋ, ਉਹਨਾਂ ਦੇ ਹੱਕ ਦੀਆਂ ਗੱਲਾਂ ਕਰੋ, ਉਹਨਾਂ ਦੇ ਕਾਨੂੰਨਾਂ ਨੂੰ ਰੱਦ ਕਰਾਉਣ 'ਚ ਉਹਨਾਂ ਦੀ ਮਦਦ ਕਰੋ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ। ਇਹ ਸਾਡੇ ਨਰਿੰਦਰ ਮੋਦੀ ਜੀ, ਜਿਨ੍ਹਾਂ ਨੇ 2014 ਤੋਂ 19 ਦੇ ਵਿੱਚ ਮੇਰੇ ਖਿਆਲ 'ਚ ਕਾਰਪੋਰੇਟ ਘਰਾਣਿਆਂ ਦਾ 8 ਲੱਖ ਕਰੋੜ ਰੁਪਈਆ ਕਰਜ਼ਾ ਮਾਫ ਕੀਤਾ। ਕਾਰਪੋਰੇਟ ਘਰਾਣਿਆਂ ਦਾ 8 ਲੱਖ ਕਰੋੜ ਰੁਪਈਆ ਮੋਦੀ ਜੀ ਨੇ ਕਰਜ਼ਾ ਮਾਫ ਕੀਤਾ। ਕੀ ਕਿਸਾਨਾਂ ਦਾ ਨਹੀਂ ਕਰ ਸਕਦੇ ਸੀ? RTI ਦੇ ਵਿੱਚ ਖੁਲਾਸਾ ਹੋਇਆ ਹੈ। ਹਾਂਜੀ, ਕੀ ਕਿਸਾਨਾਂ ਦਾ ਨਹੀਂ ਕਰ ਸਕਦੇ ਸੀ? ਤੁਸੀਂ ਕਾਰਪੋਰੇਟ ਘਰਾਣਿਆਂ ਦੀ ਪੂਛ ਬਣ ਕੇ ਰਹਿ ਰਹੇ ਹੋ। ਇਹ ਦੇਸ਼ ਕਿਸਾਨਾਂ ਦਾ ਹੈ, ਮਜ਼ਦੂਰਾਂ ਦਾ ਹੈ, ਛੋਟੇ ਵਪਾਰੀਆਂ ਦਾ ਹੈ। ਤੁਸੀਂ ਕਾਰਪੋਰੇਟ ਜਿਹੜੇ ਉੱਥੇ ਬੰਬੇ ਬੈਠੇ ਨੇ ਲਗਜ਼ਰੀ ਘਰਾਂ ਦੇ ਵਿੱਚ 5% ਆਬਾਦੀ ਨੂੰ ਤੁਸੀਂ ਵਿਕ ਗਏ, ਕਿਉਂ ਗਦਾਰੀ ਕੀਤੀ ਸਾਡੇ ਦੇਸ਼ ਨਾਲ? ਤੁਸੀਂ ਕਹਿੰਦੇ ਹੋ ਕਿਸਾਨ ਦੇਸ਼ ਧਰੋਹ ਨੇ, ਜਿਹੜਾ ਠੰਡ 'ਚ ਫਸਲ ਉਗਾਉਂਦਾ, ਧੁੱਪ ਇੰਨੇ ਸੇਕ ਵਿੱਚ ਫਸਲ ਉਗਾਉਂਦਾ, ਤੁਸੀਂ ਉਹਨੂੰ ਦੇਸ਼ ਧਰੋਹ ਕਹਿੰਦੇ ਹੋ। ਦੇਸ਼ ਧਰੋਹ ਤੁਸੀਂ ਉਂਗਲ ਐਂ ਤੋਂ ਐਂ ਕਰ ਲਓ ਆਪਣੇ ਬਣੀ। ਦੇਸ਼ ਧਰੋਹ ਉਹ ਨੇ ਜਿਨ੍ਹਾਂ ਨੇ ਪਿੱਠ 'ਚ ਛੁਰਾ ਮਾਰਿਆ, ਜਿਨ੍ਹਾਂ ਨੂੰ ਇੱਕ ਤੁਸੀਂ ਚਾਹ ਵੇਚਦੇ ਸੀ, ਤੁਹਾਨੂੰ ਇੰਨਾ ਮਾਣ ਸਤਿਕਾਰ ਦਿੱਤਾ ਭਾਰਤ ਦੀ ਧਰਤੀ ਨੇ, ਲੋਕਾਂ ਨੇ ਇੰਨਾ ਮਾਣ ਸਤਿਕਾਰ ਦਿੱਤਾ। ਤੁਹਾਡਾ ਫਰਜ਼ ਨਹੀਂ ਸੀ ਕਿ ਤੁਸੀਂ ਜ਼ਮੀਨ ਤੋਂ ਉੱਠੇ ਸੀ ਅਤੇ ਜ਼ਮੀਨ ਨਾਲ ਜੁੜੇ ਹੋਏ ਲੋਕਾਂ ਦੀ ਹੈਲਪ ਕਰੋ? ਤੁਸੀਂ ਉਹੀ ਆਪਣੀ ਛੋਟੀ ਸੋਚ ਦਾ ਸਬੂਤ ਦਿੱਤਾ। ਤੁਸੀਂ ਜਾ ਕੇ ਉਸ ਕਾਰਪੋਰੇਟ ਘਰਾਣੇ ਨਾਲ ਮਿਲ ਗਏ, ਜਿਹੜਾ ਕਾਰਪੋਰੇਟ ਘਰਾਣਾ ਸਾਡੇ ਸਾਰੇ ਦੇਸ਼ ਨੂੰ ਖੋਖਲਾ ਕਰਨ 'ਤੇ ਲੱਗਿਆ ਹੋਇਆ, ਅਤੇ ਉਹਨਾਂ ਕਾਰਪੋਰੇਟ ਘਰਾਣਿਆਂ 'ਤੇ ਵੀ ਲਾਹਨਤ ਆ। ਕਾਰਪੋਰੇਟ ਘਰਾਣਿਆਂ ਦਾ ਕਿਤੇ ਨਾ ਕਿਤੇ ਫਰਜ਼ ਬਣਦਾ ਸੀ ਜਿਹੜੀ ਪੂੰਜੀ ਦੀ ਵੰਡ ਸਹੀ ਤਰੀਕੇ ਨਾਲ ਕਰਨੀ, ਦੇਸ਼ ਨੂੰ ਅੱਗੇ ਨਾਂ ਰੌਸ਼ਨ ਕਰਨਾ। ਅਸੀਂ ਵੀ ਸਪੋਰਟ ਕਰਦੇ, ਪਰ ਤੁਸੀਂ ਨਾਂ ਨਹੀਂ ਰੌਸ਼ਨ ਕੀਤਾ ਸਾਡੇ ਦੇਸ਼ ਦਾ। ਤੁਸੀਂ ਆਪ ਦਾ ਨਾਂ ਰੌਸ਼ਨ 'ਤੇ ਲੱਗੇ, ਆਪਣੇ ਆਪ ਨੂੰ ਦੁਨੀਆ ਦੇ ਅਮੀਰ ਬੰਦਿਆਂ 'ਚ ਸਾਬਤ ਕਰਨ 'ਤੇ ਲੱਗੇ, ਅਤੇ ਦੇਸ਼ ਦੀ 95% ਆਬਾਦੀ ਨੂੰ ਦੁਨੀਆ ਦੀ ਗਰੀਬ ਆਬਾਦੀ
ਭਾਰਤ ਨੂੰ ਦੁਨੀਆ ਦਾ ਗਰੀਬ ਦੇਸ਼ ਬਣਾਉਣ ਉੱਤੇ ਤੁਸੀਂ ਤੁਲ ਗਏ। ਸੋ ਇਹੋ ਜਿਹੇ ਸ਼ਰਮਨਾਕ ਤੁਸੀਂ ਲੋਕ ਹੋ ਜਿਹਦੇ ਉੱਤੇ ਸਾਨੂੰ ਸ਼ਰਮ ਆਉਂਦੀ ਹੈ। ਕਹਿੰਦੇ ਆ ਕਿ ਅਡਾਨੀ ਅੰਬਾਨੀ ਦੁਨੀਆ ਦੇ ਤੁਸੀਂ ਅਮੀਰ ਬੰਦਿਆਂ 'ਚ ਆਉਂਦੇ ਹੋ, ਪਰ ਸਾਡੇ ਭਾਰਤ ਲਈ ਤੁਸੀਂ ਜ਼ਮੀਰ ਵਿਕੀ ਵਾਲੇ ਬੰਦੇ ਹੋ। ਸਾਡੇ ਭਾਰਤ ਲਈ ਤੁਸੀਂ ਲਾਹਨਤ ਹੋ। ਸਾਡੀ ਭਾਰਤ ਦੀ ਧਰਤੀ ਉੱਤੇ ਤੁਸੀਂ ਦਾਗ ਹੋ। ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਸਾਡੀ ਭਾਰਤ ਦੀ ਧਰਤੀ ਉੱਤੇ ਇੱਕ ਦਾਗ ਆ। ਸਾਰੀ ਦੇਸ਼ ਦੀ ਜਨਤਾ ਤੁਹਾਨੂੰ ਨਫ਼ਰਤ ਕਰਦੀ ਹੈ। ਮੈਮ ਇੱਕ ਚੀਜ਼ ਹਾਲ ਹੀ ਦੀ ਖਬਰ ਹੈਗੀ ਹੈ, ਤੁਹਾਡੇ ਦਿੱਲੀ ਦਫ਼ਤਰ ਦੇ ਉੱਤੇ ਅਟੈਕ ਹੋਇਆ ਤੇ ਰਾਘਵ ਚੱਡਾ ਜੀ ਨੇ ਬਿਆਨ ਵੀ ਦਿੱਤਾ ਹੈ ਕਿ ਬੀਜੇਪੀ ਦੇ ਗੁੰਡੇ ਆਏ ਸੀਗੇ, ਉਹਨਾਂ ਨੇ ਆ ਕੇ ਹਮਲਾ ਕੀਤਾ, ਤੋੜ ਭੰਨ ਵੀ ਹੋਈ ਹੈ ਦਫ਼ਤਰ ਦੇ ਵਿੱਚ। ਤੇ ਉਹਨਾਂ ਨੇ ਸਾਫ਼ ਤੌਰ 'ਤੇ ਇਹ ਕਿਹਾ ਰਾਘਵ ਚੱਡਾ ਨੇ ਪ੍ਰੈਸ ਦੇ ਸਾਹਮਣੇ ਕਿ ਉੱਥੇ ਜਿਹੜੇ ਲੋਕ ਮੌਜੂਦ ਸੀਗੇ ਬੀਜੇਪੀ ਦੇ, ਉਹਨਾਂ ਨੇ ਸਾਫ਼ ਤੌਰ 'ਤੇ ਇਹ ਕਿਹਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਜੇ ਖੜੇ ਹੋਵੋਗੇ ਤਾਂ ਫਿਰ ਇਹ ਹਸ਼ਰ ਤਾਂ ਤੁਹਾਨੂੰ ਬਰਦਾਸ਼ਤ ਕਰਨਾ ਪਏਗਾ। ਤੇ ਚਿਹਰੇ 'ਤੇ ਮੁਸਕਾਨ ਵੀ ਸੀਗੀ ਰਾਘਵ ਚੱਡਾ ਜੀ ਦੇ। ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਜੋ ਹੋਇਆ ਇਹਦੇ 'ਚ ਕਿੰਨੀ ਕੁ ਅਸਲੀਅਤ ਹੈਗੀ ਕਿ ਵਾਕਈ ਇਹ ਬੀਜੇਪੀ ਵੱਲੋਂ ਅਟੈਕ ਕਰਵਾਇਆ ਗਿਆ ਸੀਗਾ? ਕਿਉਂਕਿ ਬਾਹਰ ਜਦੋਂ ਸੋਸ਼ਲ ਮੀਡੀਆ 'ਤੇ ਵੀਡੀਓਜ਼ ਆਉਂਦੀਆਂ ਹੈਗੀਆਂ ਨੇ, ਲੋਕ ਕੁਐਸਚਨ ਮਾਰਕ ਖੜੇ ਕਰਦੇ ਆ, ਉਹ ਕਹਿੰਦੇ ਨੇ ਕਿ ਆਪ ਹੀ ਕਰਵਾਇਆ ਹੋਏਗਾ। ਬੀਜੇਪੀ ਦਾ ਆਈਟੀ ਸੈੱਲ ਵੀ ਇਸ ਦੇ ਉੱਤੇ ਹੋ ਕੇ ਇਹ ਕਹਿੰਦਾ ਹੈਗਾ ਕਿ ਜੀ ਨਹੀਂ ਅਸੀਂ ਨਹੀਂ ਕੀਤਾ, ਇਹਨਾਂ ਦੀ ਆਪਣੀ ਸਾਜ਼ਿਸ਼ ਹੈ। ਦੇਖੋ, ਆਮ ਆਦਮੀ ਪਾਰਟੀ ਇਹਨਾਂ ਸਾਜ਼ਿਸ਼ਾਂ ਤੋਂ ਬੜੀ ਦੂਰ ਹੈ। ਇਹਨਾਂ ਨੂੰ ਨਹੀਂ ਪਤਾ ਇਹ ਚੀਜ਼ਾਂ ਕਿਵੇਂ ਹੁੰਦੀਆਂ। ਜੇ ਜਿਹੜਾ ਬੰਦਾ ਸੇਵਾ 'ਚ ਲੱਗਿਆ ਹੋਵੇ ਨਾ, ਉਹਨਾਂ ਨੂੰ ਇਹ ਗੱਲਾਂ ਆਉਂਦੀਆਂ ਨਹੀਂ। ਨਾਲੇ ਬੀਜੇਪੀ ਵਾਲੇ ਜਿੱਦਾਂ ਦੇ ਛਾਤਰ ਦਿਮਾਗ ਦੇ ਲੋਕ ਨੇ, ਜਿੱਦਾਂ ਇਹਨਾਂ ਦਾ ਇੱਕ ਆਈਟੀ ਸੈੱਲ ਤੁਸੀਂ ਕਿਹਾ ਕੰਮ ਕਰਦਾ, ਅਤੇ ਇਹ ਤਾਂ ਬੜੀ ਛੇਤੀ ਇਹ ਚੀਜ਼ਾਂ ਦਾ ਖੁਲਾਸਾ ਕਰ ਦਿੰਦੇ ਆ। ਐਂਡ ਉਹ ਚੀਜ਼ਾਂ ਜਿਹੜੇ ਲੋਕ ਆ ਇੱਕ ਵੀਡੀਓ ਕੈਮਰੇ 'ਚ ਕੈਪਚਰ ਹੋਏ ਨੇ, ਕਦੇ ਉਹ ਕਿਤੇ ਕੈਮਰਿਆਂ 'ਤੇ ਹਮਲਾ ਕਰਦੇ ਆ, ਕਦੇ ਕਿਸੇ ਚੀਜ਼ ਉੱਤੇ ਹਮਲਾ ਕਰਦੇ ਆ, ਕਦੇ ਕੇਜਰੀਵਾਲ ਜੀ ਨੂੰ ਹਾਊਸ ਅਰੈਸਟ ਕਰ ਲਿਆ ਜਾਂਦਾ ਕਿ ਹਾਂ ਕਿਸਾਨਾਂ 'ਚ ਕਿਉਂ ਗਿਆ। ਫਿਰ ਪ੍ਰੋਬਲਮ ਕਿੱਥੇ ਹੋ ਗਈ ਕਿ ਸਾਰੇ ਜਦੋਂ ਕੋਈ ਨਿੱਕਾ ਜਿਹਾ ਵੀ ਪੋਲੀਟੀਸ਼ੀਅਨ ਦੇਸ਼ ਦਾ ਕਿਸਾਨਾਂ 'ਚ ਜਾਂਦਾ, ਕਿਸਾਨ ਭਜਾ ਦਿੰਦੇ ਆ। ਵੀ ਦਿੱਲੀ ਦਾ CM ਜਾਇਆ ਆ, ਕਿਸੇ ਨੇ ਚੂੰ ਨਹੀਂ ਕੀਤੀ ਉੱਥੇ, ਕਿਸੇ ਨੇ ਇੱਕ ਸਾਹ ਨਹੀਂ ਕੱਢਿਆ ਵੀ ਕੇਜਰੀਵਾਲ ਜੀ ਕਿਉਂ ਆਏ। ਸੋ ਜਦੋਂ ਲੋਕਾਂ ਦਾ ਉੱਥੇ ਉਹਨਾਂ ਨੂੰ ਦੋਨੇ ਖਿੜੇ ਹੱਥੀ ਲਿਆ, ਲੋਕਾਂ ਨੂੰ ਖੁਸ਼ੀ ਹੋਈ ਉੱਥੇ ਜਾ ਕੇ ਕਿ ਕੇਜਰੀਵਾਲ ਜੀ ਆਏ ਨੇ, ਅਤੇ ਉਹ ਚੀਜ਼ ਕਿਤੇ ਨਾ ਕਿਤੇ ਜਿਹੜੀ ਮੋਦੀ ਸਰਕਾਰ ਨੂੰ ਚੁੱਭ ਗਈ ਅਤੇ ਉਹਨਾਂ ਨੇ ਬੁਖਲਾਹਟ ਦੇ ਵਿੱਚ ਆ ਕੇ ਉਹਨਾਂ ਨੂੰ ਹਾਊਸ ਅਰੈਸਟ ਕਰਤਾ CM ਨੂੰ। ਮੈਨੂੰ ਲੱਗਦਾ ਵੀ ਭਾਰਤ ਦੇ ਇਤਿਹਾਸ ਵਿੱਚ ਇਹ ਤੋਂ ਪਹਿਲਾਂ ਨਹੀਂ ਹੋਇਆ ਹੋਣਾ ਵੀ ਦਿੱਲੀ ਰਾਜਧਾਨੀ ਦੇ CM ਨੂੰ ਘਰ 'ਚ ਬੰਦ ਕਰ ਦਿੱਤਾ ਜਾਵੇ। ਸੋ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ, ਇੱਕ ਗੁੰਡਾਗਰਦੀ ਨੇ, ਕੀ ਕਰੀਏ, ਦੇਸ਼ 'ਚ ਗੁੰਡਿਆਂ ਦੀ ਸਰਕਾਰ ਹੈ, ਕੀ ਇਹਨਾਂ ਦਾ ਕਰੀਏ। ਰੋਜ਼ ਪਤਾ ਲੱਗਦਾ ਕਦੇ ਕਿਸੇ ਨੂੰ ਕਿਵੇਂ ਟੌਰਚਰ ਕਰਦੇ ਨੇ, ਕਦੇ ਕਿਸੇ ਨੂੰ ਕਿਵੇਂ ਟੌਰਚਰ ਕਰਦੇ ਆ ਬੇਬੁਨਿਆਦ। ਹੁਣ ਉਹ ਖੱਟਰ ਜਿਹੜੇ ਹਰਿਆਣੇ ਦੇ ਆ, ਉਹ ਵੀ ਬੀਜੇਪੀ ਦੇ, ਉਹ ਕਿਸਾਨਾਂ ਉੱਤੇ ਕਿਸੇ 'ਤੇ ਮਰਡਰ ਟੂ ਅਟੈਂਪਟ ਕੇਸ ਬਣਾ ਰਹੇ ਨੇ, ਕਿਸੇ 'ਤੇ ਦੇਸ਼ ਧਰੋਹ ਦਾ ਬਣਾ ਰਹੇ ਨੇ, ਕਿਸੇ 'ਤੇ ਦੰਗਿਆਂ ਦਾ ਬਣਾ ਰਹੇ ਨੇ। ਕਿੰਨੇ ਹੀ 12-13 ਕਿਸਾਨਾਂ ਉੱਤੇ ਉਹਨਾਂ ਨੇ ਕੇਸ ਦਰਜ ਕਰਵਾਤੇ ਜਿਹੜੇ ਬੈਠੇ ਸੀ ਉੱਥੇ। ਸੋ ਇਹ ਜਿਹੜੀਆਂ ਇਹਨਾਂ ਦੀਆਂ ਇਹ ਗੁੰਡਾਗਰਦੀ ਦੀਆਂ ਨੀਤੀਆਂ ਨੇ, ਇਹ ਖਤਮ ਹੋਣਗੀਆਂ। ਇਹ ਤੁਹਾਡੀ ਗੁੰਡਾਗਰਦੀ ਖਤਮ ਹੋਣ ਵਾਲੀ ਆ। ਲੋਕ ਜਾਗਰੂਕ ਨੇ, ਉਹ ਐਵੇਂ ਨਹੀਂ ਬੈਠੇ ਉੱਥੇ ਜਿਹੜੇ ਬੈਠੇ ਨੇ ਤੁਹਾਡੇ ਪਿਓ ਸਾਰੇ ਦਿੱਲੀ 'ਚ, ਉਹ ਐਵੇਂ ਨਹੀਂ ਬੈਠੇ। ਇਹ ਜਾਗਰੂਕਤਾ ਆ ਗਈ ਆ। ਇਹ ਜਿਹੜਾ ਤੁਸੀਂ ਬੜੇ ਸਾਲਾਂ ਦਾ ਇਹ ਧਰਮ ਦੇ ਜਾਂ ਕੱਟੜਵਾਦ ਦੇ ਨਾਂ ਉੱਤੇ ਜਾਂ ਹੋਰ ਮੁੱਦੇ ਉਠਾ ਕੇ ਤੁਸੀਂ ਵੰਡਦੇ ਹੋ, ਇਹ ਹੁਣ ਨਹੀਂ ਵੰਡੇ ਜਾਣੇ, ਇਹ ਖਤਮ ਹੋ ਗਿਆ। ਇਹ ਚੀਜ਼ ਤੁਹਾਡੇ ਜਿਹੜੇ ਪੁਰਾਣੇ ਨੇ, ਇੱਕ ਨਵੀਂ ਕਿਤਾਬ ਲਿਖੋ ਹੁਣ, ਜਿੱਥੇ ਲੋਕਾਂ ਦੀ ਤੁਹਾਨੂੰ ਸੇਵਾ ਕਰਨੀ ਪੈਣੀ, ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਪੈਣੀ। ਸੋ ਲੋਕ ਤੁਹਾਡੀਆਂ ਗੱਲਾਂ 'ਚ ਨਹੀਂ ਆਉਣਗੇ, ਝਾਂਸਿਆਂ 'ਚ ਨਹੀਂ ਆਉਣਗੇ। ਸਾਰੇ ਰਾਜ ਇੱਕ ਆ, ਅਸੀਂ ਸਾਰੇ ਇੱਕ ਆ। ਸਾਨੂੰ ਸਿਰਫ ਇੱਕ ਧਰਮ ਦਾ ਪਤਾ, ਉਹ ਹੈਗਾ ਇਨਸਾਨੀਅਤ ਦਾ ਧਰਮ। ਅਸੀਂ ਉੱਥੇ ਹੱਕ ਲੈਣ ਲਈ ਬੈਠੇ ਹਾਂ, ਅਸੀਂ ਕਿਸੇ ਹੋਰ ਚੀਜ਼ ਲਈ ਨਹੀਂ ਬੈਠੇ। ਅਤੇ ਇਹ ਅੰਦੋਲਨ ਸ਼ਾਂਤਮਈ ਸੀ ਅਤੇ ਸ਼ਾਂਤਮਈ ਰਹੂਗਾ, ਅਤੇ ਅਸੀਂ ਆਪਣੇ ਹੱਕ ਲੈ ਕੇ ਜ਼ਰੂਰ ਉੱਠਾਂਗੇ। ਧਿਆਨ ਰੱਖਿਓ ਇਸ ਗੱਲ ਦਾ। ਮੈਂ ਤੁਹਾਡਾ ਸੋਸ਼ਲ ਮੀਡੀਆ ਦੇਖ ਰਿਹਾ ਸੀਗਾ, ਫੇਸਬੁੱਕ ਦੇ ਪੇਜ ਦੇ ਉੱਤੇ ਤੁਸੀਂ ਜਦੋਂ ਉੱਥੇ ਪਹੁੰਚਦੇ ਹੋ, ਤੁਸੀਂ ਫੋਟੋਜ਼ ਵੀ ਅਪਲੋਡ ਕਰਦੇ ਹੋ, ਅਤੇ ਮੈਂ ਕਮੈਂਟ ਸੈਕਸ਼ਨ 'ਚ ਚਲਾ ਗਿਆ। ਉੱਥੇ ਬਹੁਤ ਸਾਰੇ ਕਮੈਂਟ ਪੜ੍ਹੇ, ਬਹੁਤ ਸਾਰੇ ਪੋਜ਼ੀਟਿਵ ਕਮੈਂਟ ਸੀਗੇ, ਵਿੱਚ ਗਿਣਤੀ ਦੇ 2-4 ਇਹੋ ਜਿਹੇ ਕਮੈਂਟ ਵੀ ਸੀਗੇ ਜਿਹਦੇ ਵਿੱਚ ਨਿਰਾਸ਼ਾ ਝਲਕਦੀ ਸੀ ਲੋਕਾਂ ਦੀ। ਇੱਕ ਸਤੀਸ਼ ਜੀ ਸੀਗੇ, ਉਹਨਾਂ ਨੇ ਸਾਫ਼-ਸਾਫ਼ ਕਮੈਂਟ ਕਰਕੇ ਇਹ ਕਿਹਾ ਕਿ ਤੁਸੀਂ ਉੱਥੇ ਸਿਰਫ ਜਾਂਦੇ ਹੀ ਫੋਟੋਆਂ ਖਿਚਵਾਉਣ ਦੇ ਲਈ ਪਏ ਹੋ। ਦੇਖੋ, ਕਦੀ ਅਸੀਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ। ਜਿਹੜੇ ਉੱਥੇ ਕਾਂਗਰਸੀ ਵੀ ਮੇਰੇ ਪੇਜ ਉੱਤੇ ਨੇ, ਅਕਾਲੀ ਦਲ ਵਾਲੇ ਵੀ ਨੇ, BJP ਵਾਲੇ ਵੀ ਨੇ, ਉਹ ਤਾਂ ਇਹ ਵੀ ਕਹਿੰਦੇ ਆ, ਬੜਾ ਕੁਛ ਉਹਨਾਂ ਨੇ ਨੈਗੇਟਿਵ ਮੇਰੇ 'ਤੇ ਕਮੈਂਟ ਕੱਸਣੇ, ਇਹੋ ਜਿਹੇ ਕਮੈਂਟ ਵੀ ਕਰਨੇ ਬਾਈ ਜੀ, ਜਿਹਦੇ ਨਾਲ ਮੈਨੂੰ ਇੱਕ ਕੁੜੀ ਦੀ ਰਿਸਪੈਕਟ ਉੱਤੇ ਗੱਲ ਆਵੇ। ਜਦੋਂ ਮੈਂ ਪੋਲੀਟਿਕਸ ਜੁਆਇਨ ਕੀਤੀ, ਮੇਰੀ ਇੱਕ ਤਸਵੀਰ ਇਹਨਾਂ ਨੇ ਐਡਿਟ ਕੀਤੀ ਜਿਹੜੀ ਬੜੀ ਵਾਇਰਲ ਹੋਈ। ਗਲਤ ਚੀਜ਼ਾਂ ਮੇਰੇ ਨਾਲ ਉੱਥੇ ਮੇਰੀ ਤਸਵੀਰ ਐਡਿਟ ਕੀਤੀਆਂ ਗਈਆਂ। ਸੋ ਉਹਨਾਂ ਨੂੰ ਪਤਾ ਵੀ ਕੁੜੀ ਨੂੰ ਮੈਂਟਲੀ ਤੌਰ 'ਤੇ ਹਰਾਸ਼ ਕੀਤਾ ਜਾਵੇ, ਪੁੱਠੇ ਕਮੈਂਟ ਕੀਤੇ ਜਾਣ। ਪਰ ਜਦੋਂ ਕਿਸੇ 'ਚ ਦੇਸ਼ ਭਗਤੀ ਦਾ ਜਨੂਨ ਸਵਾਰ ਹੋਵੇ, ਜਦੋਂ ਕਿਸੇ ਦੇ ਇਰਾਦੇ ਦ੍ਰਿੜ ਹੋਣ, ਜਦੋਂ ਬੰਦਾ ਆਪ ਸੱਚਾ ਹੋਵੇ, ਜਦੋਂ ਬੰਦੇ ਨੇ ਅੱਗੇ ਪਿੱਛੇ ਗਲਤੀ ਨਾ ਕੀਤੀ ਹੋਵੇ, ਤਾਂ ਇਹੋ ਜਿਹੀਆਂ ਵੀਡੀਓਜ਼, ਇਹੋ ਜਿਹੇ ਕਮੈਂਟਸ ਅਤੇ ਇਹੋ ਜਿਹੀਆਂ ਫੋਟੋਆਂ ਐਡਿਟ ਕਰਨ ਨਾਲ ਕੁਛ ਨਹੀਂ ਹੁੰਦਾ। ਅਸੀਂ ਉਸ ਕੁਦਰਤ ਨਾਲ ਜੁੜੇ ਹੋਏ ਬੱਚੇ ਹਾਂ,
ਤੇ ਹੱਕ ਸੱਚ ਲਈ ਲੱਗੇ ਹੋਏ ਆ। ਤੇ ਇਹ ਨਾ ਸੋਚਿਓ ਕਿ ਮੈਂ ਕੁੜੀਆਂ ਕਮਜ਼ੋਰ ਆ। ਜੇ ਕੁੜੀ ਘਰ ਬੰਨ ਸਕਦੀ ਆ ਨਾ, ਅੱਜ ਜੇ ਬੰਦਾ ਘਰੋਂ ਪੈਸੇ ਕਮਾ ਕੇ ਲੈ ਕੇ ਆਉਂਦਾ, ਘਰ ਨੂੰ ਚਲਾਉਣਾ ਬੰਨਣਾ ਉਹ ਕੁੜੀ ਜਾਣਦੀ ਆ। ਜੇ ਕੁੜੀ ਘਰ ਨੂੰ ਪਰਿਵਾਰ ਬਣਾ ਸਕਦੀ, ਉਹ ਦੁਨੀਆ ਨੂੰ ਵੀ ਪਰਿਵਾਰ, ਉਹਨੂੰ ਪਤਾ ਸਾਰਿਆਂ ਨੂੰ ਜੋੜ ਕੇ ਕਿਵੇਂ ਰੱਖਣਾ, ਸਮਾਜ ਨੂੰ ਜੋੜ ਕੇ ਕਿਵੇਂ ਰੱਖਣਾ। ਭਾਵਨਾਤਮਕ ਤੌਰ 'ਤੇ ਔਰਤ ਬਹੁਤ ਮਜ਼ਬੂਤ ਹੁੰਦੀ ਆ, ਕਮਜ਼ੋਰ ਵੀ ਹੁੰਦੀ, ਇਹ ਵੀ ਸੱਚ ਆ। ਕਿਤੇ ਨਾ ਕਿਤੇ ਇਮੋਸ਼ਨਲ ਹੋ ਜਾਂਦੀ ਆ, ਪਰ ਜਦੋਂ ਮਜ਼ਬੂਤ ਹੋ ਜਾਵੇ ਨਾ, ਤੇ ਦੁਨੀਆ ਦੀ ਐਸੀ ਕੋਈ ਸ਼ੈ ਨਹੀਂ ਆ ਜਿਹੜੀ ਕੁੜੀ ਨੂੰ ਥੱਲੇ ਡੇਗ ਸਕੇ। ਤੁਸੀਂ ਲੱਖ ਵੀਡੀਓ, ਲੱਖ ਕਮੈਂਟਸ ਕਰੋ, ਸਿਰ ਮੱਥੇ ਆ। ਬਹੁਤ ਸ਼ੁਕਰੀਆ ਤੁਹਾਡਾ। ਅੱਛਾ ਮੈਮ, ਉੱਥੇ ਸੋਸ਼ਲ ਮੀਡੀਆ ਦੇ ਵਿੱਚ ਕਿਉਂਕਿ ਮੈਂ ਰਿਸਰਚ ਕਰਦਾ, ਮੈਨੂੰ ਆਦਤ ਹੈ, ਮੈਂ ਉਹ ਚੀਜ਼ ਬਿਲਕੁਲ ਥੱਲੇ ਚਲਾ ਗਿਆ। ਟਵਿੱਟਰ 'ਚ ਵੀ ਗਿਆ ਤੁਹਾਡੇ, ਮੈਂ ਟਵਿੱਟਰ ਹੈਂਡਲ ਵੀ ਦੇਖਿਆ। ਟਵਿੱਟਰ ਤੇ ਮੈਂ ਹੁਣੇ ਜੇ ਸ਼ੁਰੂ ਕੀਤਾ, ਮੈਂ ਟਵਿੱਟਰ ਪਹਿਲਾਂ ਇੰਨਾ ਚਲਾਉਂਦੀ ਨਹੀਂ ਸੀ। ਮੈਂ ਫੇਸਬੁੱਕ ਵੀ ਦੇਖੀ, ਇੰਸਟਾਗ੍ਰਾਮ ਵੀ ਦੇਖਿਆ। ਇੱਕ ਸ਼ਿਕਾਇਤ ਮੈਨੂੰ ਵੀ ਸੀਗੀ, ਸਵਾਲ ਦੇ ਜ਼ਰੀਏ ਤੁਹਾਡੇ ਕੋਲੋਂ ਪੁੱਛ ਲੈਣਾ ਕਿ ਕਿਸਾਨ ਜਿਹੜੇ ਹੈਗੇ ਸ਼ਹੀਦ ਹੋਏ, ਲੇਕਿਨ ਇਸ ਅੰਦੋਲਨ ਦੇ ਵਿੱਚ ਉਹਨਾਂ ਇੰਸਟਾਗ੍ਰਾਮ 'ਤੇ ਤੁਹਾਡੇ ਜਾਂ ਫੇਸਬੁੱਕ ਦੇ ਉੱਤੇ ਕਿਸੇ ਇੱਕ ਦੀ ਫੋਟੋ ਜਾਂ ਸ਼ਰਧਾਂਜਲੀ ਦੇ ਤੌਰ 'ਤੇ ਨਹੀਂ ਨਜ਼ਰ ਆਈ। ਹਾਲਾਂਕਿ ਭਗਵੰਤ ਮਾਨ ਦੇ ਟਵਿੱਟਰ 'ਤੇ ਜਾਂਦੇ ਹਾਂ ਅਸੀਂ ਜਦੋਂ, ਜਾਂ ਹੋਰਾਂ ਦੇ ਟਵਿੱਟਰ ਅਕਾਊਂਟਸ 'ਤੇ ਜਾਂਦੇ ਹਾਂ, ਉੱਥੇ ਸ਼ਰਧਾਂਜਲੀ ਵਜੋਂ ਉਹਨਾਂ ਦੀ ਫੋਟੋਜ਼ ਨਜ਼ਰ ਆਉਂਦੀਆਂ ਹੈਗੀਆਂ। ਇਹਦੇ ਪਿੱਛੇ ਕੋਈ ਖਾਸ ਵਜ੍ਹਾ ਜਾਂ ਕਿਸੇ ਜਾਂ ਨਹੀਂ ਦਿਮਾਗ 'ਚ ਰਿਹਾ, ਕੀ ਵਜ੍ਹਾ ਇਹਦੇ ਪਿੱਛੇ? ਨਹੀਂ, ਬਿਲਕੁਲ ਗਲਤ ਹੈ ਇਹ। ਤੁਸੀਂ ਮੈਂ ਅੱਜ ਤੋਂ ਪੂਰੇ ਜਿਸ ਦਿਨ ਸ਼ਰਧਾਂਜਲੀ ਦਿੱਤੀ ਅਸੀਂ, ਮੈਂ ਉਸ ਦਿਨ ਕੈਂਡਲ ਜਲਾਈਆਂ। ਮੇਰੀ ਉਹ ਬਕਾਇਦਾ ਸਟੋਰੀਜ਼ ਪਾਈਆਂ ਮੈਂ, ਜਿਹੜੀਆਂ ਸਟੋਰੀ ਪਾਉਂਦੀਆਂ। ਜਿੰਨੇ ਸਾਡੇ ਸ਼ਹੀਦ ਹੋਏ ਉਹਨਾਂ ਦਾ ਪੂਰਾ, ਜਿਹੜਾ ਭਗਵੰਤ ਬਾਈ ਜੀ ਨੇ ਫੋਟੋ ਪਾਈ ਹੋਈ ਸੀ, ਉਹ ਸੇਮ ਫੋਟੋ ਮੈਂ ਵੀ ਪਾਈ ਸੀ। ਉਹਨਾਂ ਨੂੰ ਕਹਿ ਕੇ ਕਿ ਉੱਤੇ ਲਿਖਿਆ ਸੀ ਪ੍ਰਣਾਮ ਸ਼ਹੀਦਾਂ ਨੂੰ। ਤੇ ਮੈਂ ਟਵਿੱਟਰ ਤੇ, ਫੇਸਬੁੱਕ ਤੇ, ਇੰਸਟਾਗ੍ਰਾਮ, ਫੇਸਬੁੱਕ ਤੇ ਵੀ, ਸਨੈਪਚੈਟ ਤੇ ਵੀ, ਇੰਸਟਾਗ੍ਰਾਮ ਤੇ ਵੀ, ਤਿੰਨੇ ਪਲੇਟਫਾਰਮਸ, ਨਾਟ ਔਨ ਟਵਿੱਟਰ। ਟਵਿੱਟਰ ਤੇ ਮੈਂ ਜ਼ਿਆਦਾ ਪੋਸਟਾਂ ਨਹੀਂ ਪਾਉਂਦੀਆਂ, ਤਿੰਨੇ ਪਲੇਟਫਾਰਮਸ ਤੇ ਵੀਰ ਜੀ ਮੈਂ ਪਾਈਆਂ। ਕਈ ਵਾਰ ਹੋ ਸਕਦਾ ਕਿ ਤੁਹਾਡੀ ਉੱਤੇ ਨਿਗਾਹ ਨਾ ਗਈ ਹੋਵੇ, ਮੈਂ ਬਿਲਕੁਲ ਅਪਲੋਡ ਕੀਤੀਆਂ ਸੀ ਜੀ। ਇੱਕ ਚੀਜ਼ ਮੈਮ ਹੋਰ ਹੈਗੀ ਹੈ ਕਿ ਮਾਨਸਾ ਦਾ ਇਲਾਕਾ ਹੋ ਗਿਆ, ਬਰਨਾਲੇ ਦਾ ਇਲਾਕਾ ਹੋ ਗਿਆ, ਇੱਥੋਂ ਬਹੁਤ ਸਾਰੇ ਕਿਸਾਨ ਜਿਹੜੇ ਹੈਗੇ ਸ਼ਹੀਦ ਹੋਏ ਇਸ ਅੰਦੋਲਨ ਦੇ ਦੌਰਾਨ। ਅਸੀਂ ਸਿੰਘੂ ਚਲੇ ਜਾਂਦੇ ਹਾਂ, ਟਿਕਰੀ ਚਲੇ ਜਾਂਦੇ ਹਾਂ। ਮੈਂ ਹਾਲ ਹੀ ਦੇ ਵਿੱਚ ਇੱਥੇ ਗਿਆ ਹੋਇਆ ਸੀਗਾ ਮਾਨਸਾ, ਉਹਨਾਂ ਲੋਕਾਂ ਨੂੰ ਮਿਲਣ ਦੇ ਲਈ। ਪਰ ਉੱਥੇ ਕਿਉਂ ਨਹੀਂ ਸਾਡੇ ਲੋਕ ਪਹੁੰਚਦੇ ਪਏ? ਉੱਥੇ ਵੀ ਬਹੁਤ ਸਾਰੀਆਂ ਜ਼ਰੂਰਤਾਂ ਹੈਗੀਆਂ। ਇੱਕ ਮੁੰਡੇ ਦਾ ਹੱਥ ਵੱਢਿਆ ਗਿਆ, ਇੱਕ ਨਹੀਂ, ਜਿੱਥੇ ਕਿਸਾਨ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੇ ਕੋਲ। ਮਾਨਸਾ ਦੇ ਵਿੱਚ ਹੈਗੇ, ਬਰਨਾਲੇ ਦੇ ਵਿੱਚ ਹੈਗੇ, ਹੋਰ ਵੀ 30 ਤੋਂ ਵੱਧ ਕਿਸਾਨ ਜਿਹੜੇ ਹੈਗੇ ਸ਼ਹੀਦ ਹੋ ਗਏ ਆ। ਸਾਡੇ ਜਿਹੜੇ ਲੋਕ ਹੈਗੇ ਨੇ ਜਾਂ ਰਾਜਨੇਤਾ ਜਿੰਨੇ ਵੀ ਹੈਗੇ, ਸਿਆਸਤਦਾਨ, ਉੱਥੇ ਪਹੁੰਚਦੇ ਪਏ ਬਾਰਡਰਾਂ ਦੇ ਉੱਤੇ। ਉੱਥੇ ਕਿਹਾ ਇਹ ਵੀ ਜਾਂਦਾ ਕਿ ਲਾਈਮਲਾਈਟ ਮਿਲ ਜਾਂਦੀ ਹੈ, ਬਟ ਇੱਥੇ ਕਿਉਂ ਨਹੀਂ ਪਹੁੰਚਦੇ ਪਏ? ਲੋਕਾਂ ਦੀ ਸ਼ਿਕਾਇਤ ਹੈਗੀ, ਜਿਨ੍ਹਾਂ ਲੋਕਾਂ ਦੇ ਕੋਲ ਅਸੀਂ ਗਏ ਸੀਗੇ। ਠੀਕ ਹੈ, ਹਾਂਜੀ। ਦੇਖੋ, ਮੇਰੇ ਖਿਆਲ 'ਚ ਮੈਨੂੰ ਜਿੰਨੇ ਲੋਕ ਮੇਰੇ ਨਾਲ ਜੁੜੇ ਹੋਏ ਆ ਜਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਆ, ਉਹਨਾਂ ਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਜਦੋਂ ਕਾਰ ਨੂੰ ਅੱਗ ਲੱਗਣ ਕਰਕੇ ਜਨਕ ਰਾਮ ਜੀ ਦੀ ਹੋਈ ਆ, ਜਨਕ ਰਾਜ ਜੀ ਦੀ, ਤਾਂ ਉਹਨਾਂ ਦੇ ਪਰਿਵਾਰ ਦੀ ਇਹ ਆਈ ਕਿ ਅਸੀਂ ਉਨੀ ਦੇਰ ਮ੍ਰਿਤਕ ਸਰੀਰ ਨੂੰ ਅਸੀਂ ਅਗਨੀ ਨਹੀਂ ਦੇਵਾਂਗੇ ਜਦੋਂ ਤੱਕ ਸਾਨੂੰ ਸਰਕਾਰ 10 ਲੱਖ ਤੋਂ ਉੱਪਰ ਤੇ ਨੌਕਰੀ ਤੇ ਇਨਸਾਫ ਨਹੀਂ ਦੇ ਦਿੰਦੀ ਸਾਰਾ ਕੁਝ। ਤੇ ਦੇਖੋ, ਜਿੰਨਾ ਅਸੀਂ ਕਰ ਸਕਦੇ ਸੀ, ਅਸੀਂ ਆਮ ਆਦਮੀ ਪਾਰਟੀ ਨੇ ਆਪਣੇ ਤੌਰ ਉੱਤੇ ਫੰਡ ਰੇਜ਼ ਕੀਤਾ ਤੇ ਉਹਨਾਂ ਦੇ ਪਰਿਵਾਰ ਨੂੰ 12 ਲੱਖ ਦੇ ਤਕਰੀਬਨ ਉਹਨਾਂ ਦੇ ਬੇਟੇ ਦੇ ਖਾਤੇ ਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ। ਜਿਹੜਾ ਫਰਜ਼ ਕਿਹਦਾ ਬਣਦਾ ਸੀ ਅਸਲ ਦੇ ਵਿੱਚ? ਸਾਡੀ ਆਪਦੀ ਸਰਕਾਰ ਦਾ, ਸਾਡੇ ਆਪਣੇ ਪੰਜਾਬ ਦੇ CM ਦਾ, ਜਿਨ੍ਹਾਂ ਨੂੰ ਅਸੀਂ ਸਾਰਾ ਪੰਜਾਬ ਟੈਕਸ ਭਰਦੇ ਹਾਂ। ਉਹ ਤਾਂ ਭਰਦੇ ਹਾਂ ਵੀ ਜੇ ਕਿਸੇ ਤੇ ਵਿਪਤਾ ਆ ਜਾਵੇ, ਪ੍ਰੋਬਲਮ ਆ ਜਾਵੇ, ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਨਾਲ ਲੋਕਾਂ ਨੂੰ ਇਹੋ ਜਿਹੇ ਦੁੱਖ ਦੀ ਘੜੀ ਦੇ ਵਿੱਚ ਸਹਾਰਾ ਵੀ ਬਣਨਾ। ਪਰ ਨਹੀਂ, ਉਹ ਕਹਿੰਦੇ ਵੀ ਪੰਜਾਬ ਸਰਕਾਰ ਤੇ ਨਹੀਂ ਸੁਣਦੀ। ਸਾਨੂੰ ਇਹ ਸੀ ਵੀ ਉਹਨਾਂ ਦੀ ਜਿਹੜੀ ਪਵਿੱਤਰ ਦੇਹ ਆ ਉਹਨੂੰ ਨਾ ਰੱਖਿਆ ਜਾਵੇ, ਉਹਦਾ ਸੰਸਕਾਰ ਕੀਤਾ ਜਾਵੇ। ਸੋ ਉਸ ਚੀਜ਼ ਨੂੰ ਪਰਿਵਾਰ ਕੋਲੇ ਮੈਨੂੰ ਲੱਗਦਾ ਵੀ ਸਾਡੇ 7-8 ਤੇ MLAs ਗਏ ਹੋਣੇ, ਤੇ ਮੀਤ ਹੇਰ ਜੀ ਜਾ ਕੇ ਆਏ, ਮਾਨੂਕੇ ਜੀ ਜਾ ਕੇ ਆਏ, ਮੈਂ ਜਾ ਕੇ ਆਈ, ਤੇ ਫਿਰ ਉਹ ਤੋਂ ਬਾਅਦ ਮੀਤ ਹੇਰ ਜੀ ਜਾ ਕੇ ਉਹਨਾਂ ਨੂੰ ਜਿਹੜੀ ਵੀ ਪੇਮੈਂਟ ਆ ਉਹ ਕਰਕੇ ਆਏ। ਇਹ ਕੋਈ ਵੱਡੀ ਗੱਲ ਨਹੀਂ ਹੈ। ਇਹ ਸਿਰਫ ਜਨਕ ਰਾਜ ਜੀ ਹੋਰਾਂ ਕੋਲ ਗਏ ਸੀ, ਹੋਰਾਂ ਦੇ ਕੋਲ ਵੀ ਗਏ ਸੀ? ਨਹੀਂ, ਸਾਰਿਆਂ ਕੋਲ ਹੀ। ਜਿੰਨਾ ਦੇਖੋ, ਜਿੱਥੇ ਜਿਹੜਾ ਏਰੀਆ ਨੇੜੇ ਪੈਂਦਾ ਉਹਨਾਂ ਨੂੰ ਸਾਰੇ MLAs ਉੱਥੇ ਜਾ ਕੇ ਆਉਂਦੇ ਨੇ। ਪਰ ਕਿਤੇ ਨਾ ਕਿਤੇ ਤੁਹਾਨੂੰ ਇਹ ਵੀ ਮਹਿਸੂਸ ਕਰਨਾ ਚਾਹੀਦਾ ਵੀ ਜਿਹੜੇ ਪਰਿਵਾਰਾਂ ਦੀ ਆਰਥਿਕ ਸਹਾਇਤਾ ਕਰਨੀ ਹੈ, ਸਭ ਤੋਂ ਪਹਿਲਾਂ ਫਰਜ਼ ਸਾਡੇ ਕੈਪਟਨ ਅਮਰਿੰਦਰ ਸਿੰਘ ਦਾ ਬਣਦਾ ਹੈ। ਸਾਡੀ ਸਰਕਾਰ ਹੈ, ਅਸੀਂ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਅੱਜ ਮੈਂ ਇਸ ਗੱਲ ਤੇ ਹੈਰਾਨ ਆ ਵੀ ਜਦੋਂ ਵੀ ਪੰਜਾਬ 'ਚ ਕੋਈ ਪ੍ਰੋਬਲਮ ਆਉਂਦੀ ਆ, ਸਭ ਤੋਂ ਪਹਿਲਾਂ ਮੈਨੂੰ ਇਸ ਗੱਲ ਦੀ ਖੁਸ਼ੀ ਵੀ ਹੈ ਕਿ ਲੋਕ ਕਹਿੰਦੇ ਕੇਜਰੀਵਾਲ ਨੇ ਕੀ ਕੀਤਾ। ਉਹ CM ਬਾਈ ਜੀ ਦਿੱਲੀ ਦੇ ਨੇ, ਪਰ ਲੋਕਾਂ ਨੂੰ CM ਕੇਜਰੀਵਾਲ ਤੋਂ ਉਮੀਦਾਂ ਨੇ ਜਿਹਦੀ ਕਿ ਪੰਜਾਬ 'ਚ ਸਰਕਾਰ ਹੀ ਹਾਲੇ ਹੈ ਨਹੀਂ। ਮੈਂ ਤਾਂ ਇਹ ਕਹਿੰਦੀ ਹਾਂ ਵੀ ਲੋਕਾਂ ਦਾ ਜਿਹੜਾ ਪਿਆਰ ਆ ਉਹਨਾਂ ਲਈ, ਤੇ ਲੋਕਾਂ ਨੂੰ ਜਿਹੜੀ ਰਿਸਪੈਕਟ ਆ ਤੇ ਉਮੀਦਾਂ ਨੇ, ਕੇਜਰੀਵਾਲ ਹੁੰਦੀ ਆ। ਉਹ ਚੀਜ਼ ਨੂੰ ਦੇਖ ਕੇ ਹੀ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਕਿ ਇੰਨੀ ਨੇਕ ਰੂਹ ਹੈ। ਲੋਕ ਕਹਿੰਦੇ ਆ ਵੀ ਅਸੀਂ ਉਹ ਬੰਦੇ ਦੀ ਇੱਜ਼ਤ ਕਰਦੇ ਹਾਂ। ਸਾਡੇ ਪੰਜਾਬ 'ਚ ਭਗਵੰਤ ਬਾਈ ਜੀ ਨੇ,
ਬੇਹੱਦ ਇਮਾਨਦਾਰ ਲੀਡਰ ਨੇ, ਸੱਚੇ ਦਿਲ ਦੇ ਨੇ। ਮੈਂ ਪਹਿਲਾਂ ਉਹਨਾਂ ਨੂੰ ਦੂਰੋਂ ਫੋਲੋ ਕਰਦੀ ਸੀ, ਮੈਨੂੰ ਬੜੇ ਇੱਦਾਂ ਲੱਗਦੇ ਸੀ ਵੀ ਜਦੋਂ ਬੋਲਦੇ ਆ ਜਨੂੰਨ ਨਾਲ ਬੋਲਦੇ, ਇੱਦਾਂ ਲੱਗਦਾ ਜਿੱਦਾਂ ਆਪਦਾ ਹੀ ਭਾਈ ਭੈਣ ਭਾਈ ਕੋਈ ਭਰਾ ਬੋਲ ਰਿਹਾ। ਮਾਨ ਆ, ਉਹ ਵੀ ਮਾਨ ਨੇ, ਅਤੇ ਹਮੇਸ਼ਾ ਉਹਨਾਂ ਨੇ ਛੋਟੀ ਭੈਣ ਕਹਿ ਕੇ ਬੁਲਾਉਣਾ, ਇੱਜ਼ਤ ਦੇਣੀ ਅਤੇ ਸਿਖਾਉਣਾ ਵੀ ਅਨਮੋਲ ਆਹ ਚੀਜ਼ ਕਰਨੀ, ਇੱਦਾਂ ਕਰਨੀ ਆ। ਹਮੇਸ਼ਾ ਹੱਲਾਸ਼ੇਰੀ ਦਿੱਤੀ ਹੈ ਜਦੋਂ ਦੀ ਆਈਆਂ, ਵਧਾਵਾ ਦਿੱਤੇ, ਫੋਨ ਕਰਕੇ ਦੱਸਣਾ ਵੀ ਆਹ ਚੀਜ਼ ਇੱਦਾਂ ਕਰਨੀ ਆ, ਕੁਛ ਪੁੱਛਣਾ। ਸੋ ਇੱਦਾਂ ਦੇ ਜਿਹੜੇ ਸਾਡੇ ਭਗਵੰਤ ਮਾਨ ਸਾਹਿਬ ਨੇ, ਜਿਹੜੇ ਟੀਮ ਨੂੰ ਜੋੜ ਕੇ ਰੱਖਦੇ ਆ। ਜਦੋਂ ਦੀ ਮੈਂ ਆਈ ਹਾਂ ਮੈਨੂੰ ਲੱਗਦਾ ਵੀ ਮੈਨੂੰ ਹਰ ਹਫ਼ਤੇ ਕੁਛ ਨਾ ਕੁਛ ਉਹ ਦੱਸਦੇ ਰਹਿੰਦੇ ਆ। ਲੋਕ ਬਾਹਰੋਂ ਅਫਵਾਹਾਂ ਉਡਾਉਂਦੇ ਆ ਵੀ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਦੀ ਪਾਰਟੀ 'ਚ ਭਾਈਚਾਰਾ ਨਹੀਂ, ਪਰ ਅਸੀਂ ਜਿਹੜੇ ਟੀਮ ਦੇ ਵਿੱਚ ਹੈਗੇ ਆ ਅਤੇ ਸਾਡੇ ਕੋਲ ਜਿੰਨੇ, ਸਭ ਤੋਂ ਵੱਡੀ ਗੱਲ ਕੀ ਹੈ, ਕਮੀਆਂ ਹੋਣਗੀਆਂ ਪਰ ਸਾਡੀ ਨੀਤ 'ਚ ਕਮੀ ਨਹੀਂ ਹੈ, ਇਮਾਨਦਾਰੀ 'ਚ ਕਮੀ ਨਹੀਂ ਹੈ। ਸਾਰੇ ਲੀਡਰਸ ਨੇ ਜਿਹੜੇ ਉਹ ਬੇਹੱਦ ਜਜ਼ਬਾਤੀ ਨੇ ਅਤੇ ਜਨੂੰਨੀ ਨੇ। ਅਤੇ ਰਹੀ ਗੱਲ ਹਾਲੇ ਸਾਨੂੰ ਕਿਸੇ ਵੋਟਾਂ ਦੀ ਜਾਂ ਕਿਸੇ ਚੀਜ਼ ਦੀ ਇਹ ਫਿਕਰ ਨਹੀਂ ਕਰਨੀ ਚਾਹੀਦੀ। ਇਸ ਟਾਈਮ ਹਰ ਇੱਕ ਪੋਲੀਟੀਸ਼ੀਅਨ ਨੂੰ, ਲੀਡਰ ਨੂੰ, ਐਕਟੀਵਿਸਟ ਨੂੰ ਇਹ ਫਿਕਰ ਕਰਨੀ ਚਾਹੀਦੀ ਹੈ ਵੀ ਜਿਹੜਾ ਕਿਸਾਨਾਂ ਦਾ ਅੰਦੋਲਨ ਅੱਜ ਅਸੀਂ 2020 'ਚ ਇਤਿਹਾਸ ਲਿਖ ਦਈਏ ਅਤੇ ਰਹਿੰਦੀਆਂ ਜਦੋਂ ਤੱਕ ਆਉਂਦੀਆਂ ਪੀੜ੍ਹੀਆਂ ਤੱਕ ਇਹ ਯਾਦ ਰੱਖਿਆ ਜਾਵੇ, ਉਹ ਪੜ੍ਹਨ ਵੀ ਪੰਜਾਬੀਆਂ ਨੇ ਕਿਵੇਂ 1947 ਤੋਂ ਬਾਅਦ 2020 ਦੇ ਵਿੱਚ ਝੰਡੇ ਗੱਡੇ ਅਤੇ ਇੱਕ ਇਤਿਹਾਸ ਲਿਖਿਆ ਅਤੇ ਪੰਜਾਬ ਦੀ ਅਤੇ ਭਾਰਤ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਸੀ। तो उससे पहले जो एक शख्स यहाँ पर तख्त नशी था, उसको भी अपने खुदा होने पर इतना ही यकीन था कि ਇਹ ਵੀ ਜਾਂਦਾ ਹੈਗਾ ਕਿ ਇਹ ਤੁਹਾਡਾ ਜਨਾਜ਼ਾ ਤਾਂ ਨਹੀਂ ਜਾ ਰਿਹਾ ਹੈਗਾ, ਤੇ ਕੁਰਸੀ ਹੈ, ਹੈਗੀ ਤਾਂ ਕੁਰਸੀ ਹੈ। ਜੇ ਨਹੀਂ ਸਿਆਸਤ ਸੰਭਾਲੀ ਜਾਂਦੀਆਂ, ਲੋਕਾਂ ਦਾ ਖਿਆਲ ਨਹੀਂ ਰੱਖਿਆ ਜਾਂਦਾ, ਤੇ ਕੁਰਸੀ ਤੋਂ ਉਤਰ ਵੀ ਸਕਦੇ ਹੋ। ਅਨਮੋਲ ਗਗਨ ਮਾਨ ਹੋਰਾਂ ਦੇ ਨਾਲ ਸਵਾਲ ਕਰਨ ਦੇ ਪਿੱਛੇ ਮਕਸਦ ਇਹ ਸੀਗਾ ਕਿਉਂਕਿ ਸਵਾਲਾਤ ਤੁਹਾਡੇ ਹੁੰਦੇ ਆ, ਅਸੀਂ ਤਾਂ ਸਿਰਫ ਇੱਕ ਜ਼ਰੀਆ ਹੁੰਦੇ ਹਾਂ ਜਵਾਬ ਲੈ ਕੇ ਤੁਹਾਡੇ ਤੱਕ ਪਹੁੰਚਾਉਣ ਦਾ। ਇੰਟਰਵਿਊ ਕਿਸ ਤਰ੍ਹਾਂ ਲੱਗੀ, ਕਿਸ ਤਰ੍ਹਾਂ ਨਹੀਂ ਲੱਗੀ, ਕਮੈਂਟਸ ਦੇ ਵਿੱਚ ਜ਼ਰੂਰ ਆਪਣੇ ਕਮੈਂਟਸ ਪਾ ਦੇਣਾ, ਕਿਉਂਕਿ ਤੁਹਾਡੇ ਕਮੈਂਟਸ ਦੇ ਜ਼ਰੀਏ ਸਾਨੂੰ ਪਤਾ ਲੱਗਦਾ ਹੈ ਕਿ ਕੀ ਅਸੀਂ ਪੱਤਰਕਾਰੀ ਸਹੀ ਕਰਦੇ ਪਏ ਹਾਂ ਕਿ ਨਹੀਂ ਕਰਦੇ ਪਏ, ਕਿਉਂਕਿ ਅੱਜ ਕੱਲ੍ਹ ਪੱਤਰਕਾਰਾਂ ਦੇ ਉੱਤੇ ਵੀ ਬਹੁਤ ਸਵਾਲ ਹੁੰਦੇ ਆ। ਫਿਲਹਾਲ ਮੈਨੂੰ ਦਵੋ ਇਜਾਜ਼ਤ। ਇਹ ਸੀਗਾ ਤੁਹਾਡਾ ਮੇਜ਼ਬਾਨ ਲੰਕੇਸ਼ ਤ੍ਰਿਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।